ਇਹੋ ਜਿਹੀ ਕੋਈ ਲੋੜ ਹੈ ਕਿ ਅੱਜ ਇਹੋ ਜਿਹੀ ਪੁਕਾਰ ਅਕਾਲ ਤਖਤ ਤੋਂ ਕੀਤੀ ਜਾਵੇ ਕਿ ਸਾਰੇ ਸਿੱਖ ਲਾਇਸੈਂਸੀ ਹਥਿਆਰ ਚੁੱਕ ਲੈਣ? ਹਰ ਸਿੱਖ ਲਾਇਸੈਂਸੀ ਜਿਹੜੇ ਮਾਡਰਨ ਹਥਿਆਰ ਨੇ ਲੀਗਲ ਤਰੀਕੇ ਦੇ ਨਾਲ ਉਹ ਵੀ ਜਿਹੜਾ ਹੈ ਉਹ ਰੱਖਣ ਦਾ ਹਰ ਸਿੱਖ ਯਤਨ ਜ਼ਰੂਰ ਕਰੇ, ਕਿਉਂਕਿ ਸਮਾਂ ਇਸ ਤਰ੍ਹਾਂ ਦਾ ਜਿਹੜਾ ਹੈ ਉਹ ਆ ਰਿਹਾ, ਹਾਲਾਤ ਇਸ ਤਰ੍ਹਾਂ ਦੇ ਜਿਹੜੇ ਬਣ ਰਹੇ ਆ। ਪੱਗ ਬੜੀ ਔਖੀ ਮਿਲੀ ਆ, ਬੜੀਆਂ ਕੁਰਬਾਨੀਆਂ ਦਿੱਤੀਆਂ ਗੁਰੂ ਸਾਹਿਬ। ਸਰਸੇ ਨਦੀ 'ਚ ਕਿੰਨੀ ਠੰਡ ਦੇ ਵਿੱਚ ਬੱਚੇ ਸਾਹਿਬਜ਼ਾਦੇ ਉਹਨਾਂ ਦੇ ਸਾਰਾ ਪਰਿਵਾਰ ਵਿਛੜ ਗਿਆ ਇਸ ਦਸਤਾਰ ਲਈ। ਉਹਦੇ ਲਈ ਆਪਾਂ ਕਰਦੇ ਨਹੀਂ, ਅਸੀਂ ਕਹਿੰਦੇ ਚੁੱਕ ਲਓ ਹਥਿਆਰ। ਤੇ ਸਿੱਖ ਕੌਮ ਨੂੰ ਕਿਸ ਪਾਸੇ ਲੈ ਕੇ ਜਾਣਾ ਚਾਹੁੰਦੇ ਨੇ? ਅੱਜ ਵੀ ਜੇ ਬੰਦੂਕਾਂ ਚੁੱਕੀਆਂ ਗਈਆਂ, ਜਿਹੜੇ ਪਿੱਛੇ ਰਹਿ ਜਾਣਗੇ ਉਹਨਾਂ ਦਾ ਕੌਣ ਵਾਲੀ ਵਾਰਿਸ ਹੋਏਗਾ? ਮੈਂ ਪੁੱਛਣਾ ਚਾਹੁੰਦਾ ਕਿ ਸੁਖਬੀਰ ਸਿੰਘ ਬਾਦਲ ਤੇ ਆਪਣੇ ਬੱਚੇ ਪੜ੍ਹਾ ਰਿਹਾ ਬਾਹਰ, ਇੱਥੇ ਕਿਉਂ ਨਹੀਂ ਉਹਨਾਂ ਨੂੰ ਵੀ ਕਹੋ ਕਿ ਵੈਪਨ ਖਰੀਦਣ? ਕਿ ਜਿਨ੍ਹਾਂ ਨੇ ਇੱਕ ਧਰਮ ਦੇ ਪਿੱਛੇ, ਇੱਕ ਪੰਜਾਬ ਪਿੱਛੇ ਆਪਣੀ ਜਾਨ ਦੇ ਦਿੱਤੀ, ਉਹਨਾਂ ਦੇ ਬੱਚਿਆਂ ਨੂੰ ਕੋਈ ਪੁੱਛਣ ਨਹੀਂ ਆਉਂਦਾ ਸੀਗਾ। ਇੱਕ ਕਮਰਾ, 16 ਬੱਚੇ, ਇੱਕ ਕੰਘੀ, ਇੱਕ ਟੁੱਥਬ੍ਰਸ਼ ਤੇ ਇੱਕ ਕੇਅਰਟੇਕਰ ਤੇ 2 ਰਜਾਈਆਂ। ਤੁਸੀਂ ਸੋਚੋ ਕਿੱਦਾਂ ਉਹ ਬੱਚੇ ਜਿੰਦੇ ਸੀ। ਤੇ ਜਿਹੜੇ ਆਪਾਂ ਇਹਨਾਂ ਨੂੰ ਖਾੜਕੂ ਕਹਿ ਲੈਂਦੇ ਆ, ਜਿਹੜੇ ਉਹਨਾਂ ਦੇ ਪਰਿਵਾਰਾਂ ਦੇ ਜੋ ਹਾਲਾਤ ਨੇ, ਤੇ ਕਦੀ ਜਥੇਦਾਰ ਸਾਹਿਬ ਨੇ ਉਹਨਾਂ ਦੇ ਪਰਿਵਾਰਾਂ ਨੂੰ ਜਾ ਕੇ ਦੇਖਿਆ ਕਿ ਜਥੇਦਾਰ ਸਾਹਿਬ ਜਦੋਂ ਵੀ ਤੁਸੀਂ ਸਟੇਟਮੈਂਟ ਦਿੰਦੇ ਹੋ, ਮੇਰਾ ਖਿਆਲ ਕਿ ਬਾਦਲ ਪਰਿਵਾਰ ਨੂੰ ਬਚਾਉਣ ਲਈ ਤੁਹਾਡਾ ਜ਼ਿਆਦਾ ਧਿਆਨ ਹੈ, ਸਿੱਖ ਕੌਮ ਨੂੰ ਬਚਾਉਣ 'ਚ ਤੁਹਾਡਾ ਉਹਨਾਂ ਧਿਆਨ ਨਹੀਂ। ਮੈਂ ਪੁੱਛਣਾ ਚਾਹੁੰਦਾ ਜਥੇਦਾਰ ਸਾਹਿਬ, ਜਿਹੜੇ ਸੁਖਬੀਰ ਬਾਦਲ ਨੂੰ ਤੁਸੀਂ ਇਸ ਕੰਮ 'ਚ ਲਾਗੇ ਬਿਠਾ ਕੇ ਉਹਦੇ ਕਹਿਣ 'ਤੇ ਉਹੋ ਜਿਹੀਆਂ ਸਟੇਟਮੈਂਟਾਂ ਦੇ ਰਹੇ ਹੋ, ਤੇ ਉਹਦੇ ਪਿਤਾ ਜੀ ਨੂੰ ਜਾ ਕੇ ਕਦੀ ਪੁੱਛਿਆ ਬਾਦਲ ਪਿੰਡ 'ਚ ਕਿ ਉਹ ਜਿਹੜੇ ਧਰਮੀ ਫੌਜੀ ਨੇ ਉਹਨਾਂ ਦੇ ਹਾਲਾਤ ਕੀ ਨੇ? ਤੁਸੀਂ 3 ਮਹੀਨੇ ਭਾਵੇਂ ਰਹੇ ਗ੍ਰਹਿ ਮੰਤਰੀ ਤੇ ਜੇਲ੍ਹ ਮੰਤਰੀ ਰਹੇ ਹੋ, ਕਿ ਪੰਜਾਬ ਦੇ ਅੰਦਰੂਨੀ ਹਾਲਾਤ ਇੰਨੇ ਮਾੜੇ ਹਨ ਐਕਚੁਅਲੀ ਵਿੱਚ? ਬਿਲਕੁਲ ਹੈਗੇ, ਇੰਨੇ ਮਾੜੇ ਨੇ, ਬਹੁਤ ਮਾੜੇ। ਜਿਹੜੀ ਜਥੇਦਾਰ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਜਿਹੜਾ ਕਹਿ ਕੇ ਆਪਣੀ ਹਿਫਾਜ਼ਤ ਕਰ ਲਈ ਆਪਣੇ ਹਥਿਆਰ ਖਰੀਦੋ, ਜਥੇਦਾਰ ਸਾਹਿਬ ਤੁਸੀਂ ਤੇ ਆਪ ਗਨਮੈਨਾਂ ਨਾਲ ਘੇਰੇ ਰਹਿੰਦੇ ਹੋ, ਔਰ ਜਿਸ ਤਖਤ ਦੇ ਉੱਪਰ ਤੁਸੀਂ ਬੈਠੇ ਹੋ ਤੇ ਉੱਥੇ ਤੇ ਸਰਬੱਤ ਦੇ ਭਲੇ ਦੀ ਗੱਲ ਹੁੰਦੀ ਹੈ। 16 ਕਰੋੜ 'ਚ ਅਸੀਂ ਬਿਲਕੁਲ ਮੁੱਠੀ ਭਰ ਰਹਿ ਗਏ, ਤੇ ਉਹ ਵੀ ਸਿਮਟ ਕੇ ਪੰਜਾਬ 'ਚ ਰਹਿ ਗਏ। ਕਿਤੇ ਇਹ ਤੇ ਬਾਕੀ ਸਾਰੇ ਕਿਤੇ ਉਹਨਾਂ ਲੋਕਾਂ ਦੇ ਨਾਲ ਤੇ ਨਹੀਂ ਮਿਲ ਗਏ ਜਿਹੜੇ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਹੋਣ। ਇਹ ਬੜੀ ਸੋਚਣ ਵਾਲੀ ਗੱਲ ਹੈ। ਉਹਨਾਂ ਗਲਤੀ ਜਿਹੜੀ ਉੱਥੇ ਹੋਈ ਆ ਦਰਬਾਰ ਸਾਹਿਬ ਦੀ, ਉਹ ਗਲਤੀ ਏਡਾ ਵੱਡਾ ਕਲੰਕ ਆ, ਉਹ ਕਦੀ ਧੁੱਪ ਨਹੀਂ ਸਕਦਾ। ਜਿਹੜੇ ਉੱਥੇ ਬੈਠੇ ਮੇਰੇ ਨਾਲ ਗਲਤੀ ਕਰਨ ਕਿ ਸਾਨੂੰ ਸਿੱਖੀ ਨਹੀਂ ਮੰਨਦੇ, ਤੁਹਾਡਾ ਕੀ ਕਸੂਰ ਆ ਕਿ ਤੁਸੀਂ ਸਿੱਖੀ ਦੀ, ਤੁਹਾਡਾ ਅਖਬਾਰ ਲਿਖਦਾ ਸੀ ਸਪੋਕਸਮੈਨ, ਤੇ ਕੱਢ ਕੇ ਮਾਰੇ ਬਾਹਰ। ਸਾਡੇ ਜਥੇਦਾਰ ਸਾਹਿਬ ਇਹੋ ਜਿਹੀ ਗੱਲ ਕਰਨਗੇ ਤੇ ਬਾਹਰਲੀਆਂ ਸਟੇਟਾਂ ਦੇ ਵਿੱਚ ਸਿੱਖਾਂ ਨੂੰ ਕਿਸ ਨਜ਼ਰ ਨਾਲ ਦੇਖਿਆ ਜਾਏਗਾ? ਕਿਹੜਾ ਇਹਨਾਂ ਨੂੰ ਲਾਇਸੈਂਸ ਬਣਾ ਕੇ ਦੇਵੇਗਾ? ਤੇ ਜਥੇਦਾਰ ਸਾਹਿਬ ਇੱਕ ਪਿੰਡ 'ਚ ਅਸੀਂ 4 ਗੁਰਦੁਆਰੇ ਬਣਾਏ, ਉਹਨੂੰ ਪਹਿਲਾਂ ਇੱਕ ਗੁਰਦੁਆਰਾ ਤੇ ਕਰ ਲਓ। ਨਾਡਾ ਸਾਹਿਬ ਜਾਇਦਾ ਸੀਗਾ, ਕਿੰਨਾ ਉਹ ਸਕੂਨ ਮਿਲਦਾ ਸੀ। ਹੁਣ ਉੱਥੇ ਜਾਣ ਦਾ ਦਿਲ ਨਹੀਂ ਕਰਦਾ। ਚਮਕੌਰ ਸਾਹਿਬ ਚਲੋ ਜੀ, ਚਮਕੌਰ ਦੀ ਗੜੀ ਉੱਥੇ ਕੀ ਕਰਦਾ? ਮੇਰਾ ਡੇਰਾ ਬਾਬਾ ਨਾਨਕ ਦਾ ਗੁਰਦੁਆਰਾ, ਗੁਰੂ ਸਾਹਿਬ ਦਾ ਖੂਹ ਅੰਦਰ ਸੀਗਾ ਬਾਬੇ ਜਿੱਤੇ ਰੰਧਾਵੇ ਦਾ, ਤੇ ਉਹਨੂੰ ਢਾਹ ਕੇ ਏਡਾ ਵੱਡਾ ਬਣਾਉਣਾ। ਬਾਜ਼ਾਰ ਦੇ ਨਨਕਾਣਾ ਸਾਹਿਬ ਪੁਰਾਣਾ ਜਾਓ ਰਸਤਾ ਹੀ ਬੰਦ ਕਰ ਦਿੱਤਾ। ਅਜੇ ਨਨਕਾਣਾ ਸਾਹਿਬ ਜਾਓ ਤਾਂ ਪੁਰਾਣਾ ਖੂਹ ਉੱਥੇ ਵੀ ਪਿਆ। ਸਭ ਤੋਂ ਵੱਡਾ ਨਿਮਰਤ ਸਾਡਾ ਨੁਕਸਾਨ ਹੀ ਹੋ ਗਿਆ ਕਿ ਅਸੀਂ ਆਪਣੀ ਵਿਰਾਸਤਾਂ ਨੂੰ ਢਾਹ ਕੇ ਉਹਦੇ ਤੇ ਮਾਰਬਲ ਲਾਉਣਾ ਸ਼ੁਰੂ ਕਰ ਦਿੱਤਾ। ਕਿਸੇ ਨੇ ਜਿਹੜਾ ਕ੍ਰਾਈਮ ਕੀਤਾ ਉਹਦੀ ਸਜ਼ਾ ਉਹਨੂੰ ਜਿਹੜੀ ਮਿਲਣੀ ਉਹ ਮਿਲ, ਉਹਦੇ ਬਾਅਦ ਜੇਲ੍ਹ 'ਚ ਰੱਖਣਾ, ਮੈਂ ਵੀ ਉਹਨਾਂ ਚੀਜ਼ਾਂ ਦੇ ਅਗੇਂਸਟ ਮਾਫੀਆ ਕਿਵੇਂ? ਮੈਂ ਜਥੇਦਾਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕਦੀ ਪਿੰਡ ਕਿਸੇ 'ਚ ਗਏ ਹੋ, ਕਿਸੇ ਸਿੱਖ ਬੱਚੇ ਨੂੰ ਬੁਲਾ ਕੇ ਤੁਸੀਂ ਕਦੀ ਪੁੱਛਿਆ ਕਿ ਬੇਟਾ ਤੂੰ ਨਸ਼ਾ ਕਿਉਂ ਕਰਦਾ? ਆਪਾਂ ਗੁਰੂ ਰਾਮਦਾਸ ਹਸਪੀਟਲ ਤੇ ਖੋਲ੍ਹ ਦਿੱਤਾ, ਪਰ ਉੱਥੇ ਕਿਹਦਾ ਇਲਾਜ ਤੇ ਨਹੀਂ ਮੁਫਤ ਕਰ ਰਹੇ। ਆਪਾਂ ਡਿਸਕਾਊਂਟ ਤੇ ਨਹੀਂ ਦੇ ਰਹੇ, ਕਿਉਂ ਨਹੀਂ ਦੇ ਰਹੇ? ਉਹ ਤੇ ਗੁਰੂ ਦਾ ਗੁਰਦੁਆਰਾ, ਫਿਰ ਗੁਰੂ ਦਾ ਹਸਪੀਟਲ। ਅਸੀਂ 16 ਕਰੋੜ ਤੋਂ ਜਿਹੜੇ ਬਾਬੇ ਨਾਨਕ ਤੋਂ ਅਸੀਂ ਥੋੜ੍ਹੀ ਜਿਹੀ ਇੱਕ ਮੁੱਠੀ ਭਰ ਹੋ ਗਏ ਹਾਂ, ਇਹ 16 ਕਰੋੜ ਤੇ 32 ਕਰੋੜ ਬਣਨੇ ਚਾਹੀਦੇ ਸੀ। ਸੋਚਣ ਵਾਲੀ ਤੇ ਇਹ ਗੱਲਾਂ ਨੇ। ਤੇ ਉੱਥੇ ਚੁੱਕ ਕੇ ਜਥੇਦਾਰ ਸਾਹਿਬ ਤੁਸੀਂ ਕਿ ਜੋ ਬੰਦੂਕਾਂ ਚੁੱਕ ਲਓ, ਇੱਕ ਪਾਸੇ ਤੇ ਉਹ ਤੁਰੇ ਫਿਰਦੇ ਨੇ ਕਿ ਜੀ ਅਸੀਂ ਹਿੰਦੂ ਰਾਜ ਬਣਾਉਣਾ, ਤੇ ਇਸੇ ਚੀਜ਼ ਦੀ ਆੜ 'ਚ ਆ ਕੇ ਕਿਤੇ ਫਿਰ ਸਿੱਖੀ ਦਾ ਕਾਨ ਨਾ ਕਰਵਾਇਆ, ਸਿੱਖਾਂ ਦਾ ਨੁਕਸਾਨ ਨਾ ਕਰਵਾਇਆ। ਅਕਾਲ ਤਖਤ ਤੋਂ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਹੁਕਮ ਹੋਇਆ ਹੈ ਕਿ ਸਿੱਖ ਜੋ ਅੱਜ ਦੀ ਸਥਿਤੀ ਹੈ ਉਹ ਵਿੱਚ ਲਾਇਸੈਂਸੀ ਹਥਿਆਰ ਚੁੱਕਣ। ਬਹੁਤ ਚੀਜ਼ਾਂ ਵੀ ਗਈਆਂ ਉਹਨਾਂ ਕੋਲ, ਬਟ ਉਹਨਾਂ ਨੇ ਕਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ, ਸਾਡੇ ਗੁਰੂਆਂ ਦੀ ਜੋ ਸਿੱਖਿਆ ਦਿੱਤੀ ਹੋਈ ਹੈ ਉਸ ਦਾ ਹਵਾਲਾ ਦਿੰਦੇ ਹੋਏ ਇਸ ਚੀਜ਼ ਨੂੰ ਬੜੇ ਜ਼ੋਰ ਨਾਲ ਆਖਿਆ ਹੈ।
ਇਸ ਨਾਲ ਸਾਰੇ ਸਹਿਮਤੀ ਨਹੀਂ ਰੱਖਦੇ ਤੇ ਸਾਡੇ ਨਾਲ ਅੱਜ ਜੋ ਜੁੜੇ ਹਨ ਉਹ ਚਾਹੇ ਇੱਕ ਸਿਆਸਤਦਾਨ ਰਹੇ ਹਨ, ਚਾਹੇ ਉਹ ਗ੍ਰਹਿ ਮੰਤਰੀ ਰਹੇ ਹਨ, ਚਾਹੇ ਉਹ ਉਪ ਮੰਤਰੀ ਰਹੇ ਹਨ। ਮੈਂ ਉਹਨਾਂ ਨੂੰ ਅੱਜ ਬਤੌਰੇ ਸਿੱਖ ਉਹਨਾਂ ਦੀ ਜਾਣਕਾਰੀ ਤੋਂ ਲੈ ਕੇ ਇਸ ਬਾਰੇ ਸਵਾਲ ਕਰਨਾ ਚਾਹਾਂਗੀ। ਮੇਰੇ ਨਾਲ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੁੜੇ ਨੇ। ਸਰ, ਅੱਜ ਮੈਂ ਤੁਹਾਡੀ ਸਿਆਸਤ ਤੋਂ ਪਰੇ ਹਟ ਕੇ, ਬਿਕੋਜ਼ ਤੁਸੀਂ ਕਦੀ ਆਪਣੀ ਅੰਮ੍ਰਿਤਧਾਰੀ ਹੋਣ ਦਾ ਦਿਖਾਵਾ ਨਹੀਂ ਕੀਤਾ, ਪਰ ਅਸੀਂ ਜਾਣਦੇ ਹਾਂ ਤੁਸੀਂ ਅੰਮ੍ਰਿਤ ਛਕਿਆ ਹੋਇਆ ਹੈ। ਬਤੌਰੇ ਸਿੱਖ ਤੁਸੀਂ ਇਹੋ ਜਿਹੇ ਅਹੁਦੇ ਸੰਭਾਲੇ, ਤੁਸੀਂ ਅੰਦਰ ਦੀਆਂ ਹਾਲਾਤਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ। ਕਿ ਇਹੋ ਜਿਹੀ ਕੋਈ ਲੋੜ ਹੈ ਕਿ ਅੱਜ ਇਹੋ ਜਿਹੀ ਪੁਕਾਰ ਅਕਾਲ ਤਖਤ ਤੋਂ ਕੀਤੀ ਜਾਵੇ ਕਿ ਸਾਰੇ ਸਿੱਖ ਲਾਇਸੈਂਸੀ ਹਥਿਆਰ ਚੁੱਕ ਲੈਣ? ਦੇਖੋ, ਇਹ ਬੜੀ ਜਿਹੜੀ ਜਥੇਦਾਰ ਸਾਹਿਬ ਨੇ ਕਾਲ ਦਿੱਤੀ ਆ, ਇਹ ਬੜੀ ਮੰਦਭਾਗੀ ਆ ਔਰ ਮੈਨੂੰ ਕਹੂੰਗਾ ਬਹੁਤ ਅਨਫੋਰਚੂਨੇਟ ਆ ਕਿ ਸਿੱਖਾਂ ਨੂੰ ਇਹੋ ਜਿਹੀ ਕਾਲ ਦੇਣੀ। ਸਿੱਖ ਇੱਕ ਬੜੀ ਬਹਾਦਰ ਤੇ ਸੂਰਮਾ ਕੌਮ ਹੈ ਜਿਹਨੇ ਕਦੀ ਵੀ ਨਿਹੱਥੇ ਦੇ ਵਾਰ ਨਹੀਂ ਕੀਤਾ। ਜੇ ਸਾਡੇ ਗੁਰੂ ਸਾਹਿਬ ਦੀ ਲੈ ਲਈਏ ਕਿ ਈਵਨ ਸ਼ੇਰ ਦਾ ਜਦੋਂ ਸ਼ਿਕਾਰ ਕਰਨ ਗਏ ਤੇ ਸ਼ੇਰ ਨੂੰ ਪਹਿਲੋਂ ਉਹਨਾਂ ਨੇ ਹਲਾਇਆ ਸੀ ਕਿ ਪਹਿਲੋਂ ਮੈਂ ਤੇਰੇ ਤੇ ਸੁੱਤੇ ਪਏ ਤੇ ਵਾਰ ਨਹੀਂ ਕਰਨਾ। ਜਥੇਦਾਰ ਸਾਹਿਬ ਨੇ ਜਿਹੜੀ ਸਟੇਟਮੈਂਟ ਦਿੱਤੀ ਆ, ਇਹਦੇ ਪਿੱਛੇ ਕੋਈ ਪੋਲੀਟੀਕਲ ਲੌਜਿਕ ਵੀ ਹੈਗੇ ਨੇ। ਜਥੇਦਾਰ ਸਾਹਿਬ ਨੂੰ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਕਿ ਤੁਸੀਂ ਜੇ ਸਿੱਖ ਕੌਮ ਨੂੰ ਇਹੋ ਜਿਹੀ ਕੋਈ ਪ੍ਰੋਬਲਮ ਹੈ ਜਾਂ ਤੁਹਾਡੇ ਕੋਈ ਜ਼ਿਹਨ ਦੇ ਵਿੱਚ ਜਾਂ ਤੁਹਾਨੂੰ ਕੋਈ ਇਨਫੋਰਮੇਸ਼ਨ ਹੈ ਤੇ ਉਹ ਪੂਰੀ ਸਿੱਖ ਕੌਮ ਨੂੰ ਉਹਦੇ ਤੋਂ ਜਾਣੂ ਕਰਵਾਇਆ ਜਾਏ, ਦੱਸਿਆ ਜਾਏ ਕਿ ਸਿੱਖ ਕੌਮ ਨੂੰ ਅੱਗੇ ਖਤਰੇ ਨੇ ਤੇ ਆਪਣੀ ਹਿਫਾਜ਼ਤ ਆਪ ਕਰਨੀ ਸਿੱਖੀਏ। ਕੀ ਇਹਨਾਂ ਨੂੰ ਇੰਟਰਨਲੀ ਸਾਨੂੰ ਕੋਈ ਖਤਰਾ ਕਿ ਜਾਂ ਐਕਸਟਰਨਲ ਜਿਹੜੀਆਂ ਕੋਈ ਫੋਰਸਿਸ ਨੇ ਉਹਨਾਂ ਤੋਂ ਖਤਰਾ, ਤੇ ਜੇ ਉਹਨਾਂ ਚੋਂ ਤਾਂ ਫਿਰ ਸਾਨੂੰ ਜਿਹੜੇ ਸੋਫਿਸਟੀਕੇਟਡ ਵੈਪਨਸ ਕਿਹਾ, ਇਹਦਾ ਮਤਲਬ ਕਿ ਸੋਫਿਸਟੀਕੇਟਡ ਦਾ ਕਿ ਜਿਹੜੇ ਪ੍ਰੋਹਿਬਿਟਡ ਨੇ ਉਹ ਕਿੱਥੋਂ ਲੈ ਕੇ ਆਵਾਂਗੇ। ਮੈਂ ਆਪ ਵੀ, ਮੇਰੇ ਨਾਲ ਗਨਮੈਨ ਵੀ ਨੇ ਤੇ ਮੈਂ ਫਿਰ ਵੀ ਮੇਰੇ ਕੋਲ ਵੈਪਨ ਨੇ। ਵੈਸੇ ਪੰਜਾਬੀਆਂ ਨੂੰ ਸ਼ੌਕ ਵੀ ਆ ਕਿ ਜਿਹੜਾ ਕੋਈ ਥੋੜ੍ਹਾ ਬਹੁਤਾ ਵੀ ਰੱਖਦਾ ਉਹ ਮੈਕਸੀਮਮ, ਜੇ ਸਾਡੇ ਕੋਲ ਹੀ ਲੋਕ ਆਉਂਦੇ ਜੀ ਮੈਂ ਲਾਇਸੈਂਸ ਬਣਾਉਣਾ, ਨੂੰ ਕਹਿੰਦਾ ਕਿ ਇੰਨਾ ਮਹਿੰਗਾ ਲਏਗਾ, ਨਹੀਂ ਜੀ ਨਹੀਂ, ਇਹ ਟੌਰ ਜਿਹਦੇ ਨਾਲ ਬਣਦੀ ਹੈ ਜੀ। ਇਸੇ ਟੌਰ 'ਚ ਅਸੀਂ ਆਪਣਾ ਬਹੁਤ ਨੁਕਸਾਨ ਕਰਵਾਇਆ। ਮੇਰੇ ਕੋਲ ਵੀ ਅੱਜ ਮੇਰੀ ਟੀਮ ਦਾ ਛੋਟਾ ਮੁੰਡਾ ਕਹਿੰਦਾ ਮੈਂ AK-47 ਦਾ ਲਾਇਸੈਂਸ ਲਵਾਂ, ਕੀ ਲਵਾਂ? ਮੈਂ ਕਿਹਾ ਇਹ ਕੋਈ ਮਜ਼ਾਕ ਦੀ ਗੱਲ ਹੈਗੀ? ਤੁਸੀਂ ਬਿਲਕੁਲ, ਮੈਂ ਇਹੀ ਕਹਿ ਰਿਹਾ। ਦੂਸਰੀ ਚੀਜ਼ ਜਿਹੜੀ ਜਥੇਦਾਰ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਜਿਹੜਾ ਕਿਹਾ ਕਿ ਆਪਣੀ ਹਿਫਾਜ਼ਤ ਕਰ ਲਈ ਆਪਣੇ ਹਥਿਆਰ ਖਰੀਦੋ, ਜਥੇਦਾਰ ਸਾਹਿਬ ਤੁਸੀਂ ਤੇ ਆਪ ਗਨਮੈਨਾਂ ਨਾਲ ਘੇਰੇ ਰਹਿੰਦੇ ਹੋ ਔਰ ਜਿਸ ਤਖਤ ਦੇ ਉੱਪਰ ਤੁਸੀਂ ਬੈਠੇ ਹੋ ਤੇ ਉੱਥੇ ਤੇ ਸਰਬੱਤ ਦੇ ਭਲੇ ਦੀ ਗੱਲ ਹੁੰਦੀ ਆ। ਜਿਸ ਦਰਬਾਰ ਸਾਹਿਬ ਦੇ ਵਿੱਚ ਤੁਸੀਂ ਅਕਾਲ ਤਖਤ ਸਾਹਿਬ ਆ, ਉੱਥੇ ਚੌਂ ਵਰਣੋਂ ਕਾ ਸਾਂਝਾ ਕਿ ਹਰ ਧਰਮ ਦਾ ਉੱਥੇ ਜਾ ਕੇ ਮੱਥਾ ਟੇਕਦਾ। ਤੇ ਜੇ ਤੁਹਾਨੂੰ ਗਨਮੈਨਾਂ ਦੀ ਲੋੜ ਆ ਤੇ ਮੇਰਾ ਖਿਆਲ ਕਿ ਫਿਰ ਕਿੱਥੇ ਜਾ ਕੇ ਮੱਥਾ ਟੇਕਾਂਗੇ, ਕਿਹਦੇ ਵੱਲ ਦੇਖਾਂਗੇ ਕਿ ਇਹ ਸਾਡੀ ਹਿਫਾਜ਼ਤ ਕਰ ਸਕਦਾ? ਤੇ ਉਹ ਤੇ ਆਪ ਹੀ ਗਨਮੈਨਾਂ 'ਚ ਘਿਰਿਆ ਬੈਠਾ, ਉਹ ਕੀ ਕਰੇਗਾ? ਕਿਤੇ ਨਾ ਕਿਤੇ ਇਹਨਾਂ ਦੇ ਸਾਡੇ ਨੌਜਵਾਨ ਪੀੜ੍ਹੀ ਲਈ ਤੇ ਸੁਰੱਖਿਆ ਨਹੀਂ ਹੈ। ਇਹਦੇ ਤੇ ਮੈਂ ਹੁਣੇ ਨਿਮਰਤ ਹੋਣਾ ਤੁਹਾਡੀ ਗੱਲਾਂ ਦਾ ਜਵਾਬ ਦੇਣਾ ਸਾਰਾ ਹੀ। ਜੇ ਇੱਧਰ ਤੇ ਆਪਾਂ 80s ਵਿੱਚ ਚਲੇ ਜਾਈਏ, ਜਿਸ ਵੇਲੇ ਆਪਰੇਸ਼ਨ ਬਲੂ ਸਟਾਰ ਹੋਇਆ, ਉਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਅਪੀਲ ਕੀਤੀ ਸੀ ਕਿ ਜਿਹੜੇ ਫੌਜੀ ਨੇ, ਖਾਸ ਕਰਕੇ ਜਿਹੜੇ ਸਿੱਖ ਨੇ, ਉਹ ਮਿਊਟਨੀ ਕਰਕੇ ਉੱਥੋਂ ਉਹਨਾਂ ਨੂੰ ਫੌਜ ਤੋਂ ਬਾਹਰ ਆ ਜਾਓ ਤੇ ਰਾਮਨਗਰ ਜਾਂ ਹੋਰਨਾਂ ਥਾਵਾਂ ਤੋਂ ਜਿਹੜੇ ਸਿੱਖ ਫੌਜੀ ਸੀ ਉਹ ਆਪਣੀਆਂ ਗੱਡੀਆਂ ਲੈ ਕੇ ਤੇ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਏ। ਉਹਨਾਂ 'ਤੇ ਜੋ ਤਸ਼ੱਦਦ ਹੋਏ ਜਾਂ ਜਿਹੜੇ ਰਸਤਿਆਂ 'ਚ ਲੜਾਈ ਹੋਈ, ਗੋਲੀਆਂ ਲੱਗੀਆਂ, ਕਈ ਸ਼ਹੀਦ ਹੋ ਗਏ, ਕਈ ਫੌਜ ਵਾਲੇ ਵੀ ਹੋ ਗਏ। ਮੈਂ ਪੁੱਛਣਾ ਚਾਹੁੰਦਾ ਜਥੇਦਾਰ ਸਾਹਿਬ, ਜਿਹੜੇ ਸੁਖਬੀਰ ਬਾਦਲ ਨੂੰ ਤੁਸੀਂ ਇਸ ਕੰਮ 'ਚ ਲਾਗੇ ਬਿਠਾ ਕੇ ਉਹਦੇ ਕਹਿਣ 'ਤੇ ਇਹੋ ਜਿਹੀਆਂ ਸਟੇਟਮੈਂਟਾਂ ਦੇ ਰਹੇ ਹੋ, ਤੇ ਉਹਦੇ ਪਿਤਾ ਜੀ ਨੂੰ ਜਾ ਕੇ ਕਦੀ ਪੁੱਛਿਆ ਬਾਦਲ ਪਿੰਡ 'ਚ ਕਿ ਉਹ ਜਿਹੜੇ ਧਰਮੀ ਫੌਜੀ ਨੇ ਉਹਨਾਂ ਦੇ ਹਾਲਾਤ ਕੀ ਨੇ, ਉਹਨਾਂ ਦੇ ਪਰਿਵਾਰ ਕਿੰਨਾ ਹਾਲਾਤਾਂ 'ਚੋਂ ਨਿਕਲ ਰਹੇ ਨੇ, ਉਹਨਾਂ ਦੀ ਫਾਈਨੈਂਸ਼ੀਅਲ ਪੋਜੀਸ਼ਨ ਕਿਵੇਂ ਦੀ ਆ? ਮੈਨੂੰ ਯਾਦ ਹੈ ਮੈਂ ਛੋਟੀ ਸੀ ਜਦ ਸਪੋਕਸਮੈਨ ਮਾਈ ਫਾਦਰ ਸਾਹਿਬ ਨੇ ਉਦੋਂ ਮੈਗਜ਼ੀਨ ਚਲਾਉਂਦੇ ਸੀ, ਉਦੋਂ ਉਹਨਾਂ ਨੇ ਸਾਰਿਆਂ ਨੇ ਇਕੱਠਾ ਕਰਕੇ ਪੈਸਾ ਧਰਮੀ ਫੌਜੀਆਂ ਨੂੰ, ਪਹਿਲੀ ਵਾਰੀ ਉਹਨਾਂ ਦੀ ਹਾਲਤ ਬਹੁਤ ਮਾੜੀ ਸੀ, ਸਭ ਨੂੰ ਪੈਸਾ ਦਿੱਤਾ ਸੀ, ਬਹੁਤ ਘੱਟ ਸੀ ਜੋ ਉਹਨਾਂ ਨੂੰ ਲੋੜ ਸੀ, ਬਟ ਜਿੰਨਾ ਇਕੱਠਾ ਕਰ ਸਕਦਾ ਸੀ ਸਪੋਕਸਮੈਨ, ਤਾਂ ਉਹਨਾਂ ਨੂੰ ਪਹਿਲੀ ਵਾਰੀ ਸਨਮਾਨ ਵੀ ਕੀਤਾ ਸੀ। ਉਸ ਤੋਂ ਬਾਅਦ ਸ਼ਾਇਦ ਕੀਤਾ ਗਿਆ, ਪਰ ਪਹਿਲਾਂ ਤਾਂ ਉਹਨਾਂ ਨੂੰ ਕੋਈ ਵੇਖੋ ਇਹਦੇ 'ਚ ਹੁਣ ਲਿਸਟਾਂ ਕੱਢ ਕੇ ਦੇਖ ਲਓ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਬਣੀ ਆ, ਉਹਦੇ 'ਚ ਵੇਖ ਲਓ ਕਿੰਨੀ ਕੁ ਧਰਮੀ ਫੌਜੀ ਤੇ ਜਾਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਕਿੰਨੇ ਕੁ ਰੱਖੇ ਨੇ। ਆਪਾਂ ਰੋਜ਼ੀ ਰੋਟੀ ਦਾ ਕਰਨਾ ਸੀ, ਐਡੀ ਵੱਡੀ ਕਾਲ ਦੇ ਕੇ ਉਹਨਾਂ ਨੂੰ ਦੇਸ਼ ਧਰੋਹੀ ਦਾ ਉਹਨਾਂ ਦੇ ਲੱਗ ਗਿਆ, ਇਹੋ ਜਿਹੀਆਂ ਚੀਜ਼ਾਂ ਲੱਗ ਗਈਆਂ। ਅਤੇ ਉਹਨਾਂ ਨੂੰ ਬਾਅਦ 'ਚ ਸਿੱਖ ਕੌਮ ਜਾਂ ਸਿੱਖ ਕੌਮ ਨਹੀਂ, ਮੈਂ ਕਹਿੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਰ ਬਾਦਲ ਸਾਹਿਬ 15 ਸਾਲ ਉਹਦੇ ਤੋਂ ਬਾਅਦ ਮੁੱਖ ਮੰਤਰੀ ਰਹੇ ਅਤੇ ਇਸ ਪਰਿਵਾਰ ਨੇ ਕਦੇ ਉਹਨਾਂ ਬਾਰੇ ਸੋਚੇ ਨਹੀਂ। ਅਤੇ ਜਿਹੜੇ ਆਪਾਂ ਇਹਨਾਂ ਨੂੰ ਖਾੜਕੂ ਕਹਿ ਲੈਂਦੇ ਹਾਂ, ਜਿਹੜੇ ਉਹਨਾਂ ਦੇ ਪਰਿਵਾਰਾਂ ਦੇ ਜੋ ਹਾਲਾਤ ਨੇ, ਅਤੇ ਕਦੀ ਜਥੇਦਾਰ ਸਾਹਿਬ ਨੇ ਉਹਨਾਂ ਦੇ ਪਰਿਵਾਰਾਂ ਨੂੰ ਜਾ ਕੇ ਦੇਖਿਆ ਕਿ ਇਹਨਾਂ ਦੇ ਜਿੱਦਾਂ ਇਹਨਾਂ ਨੇ ਗੱਲ ਕੀਤੀ ਹੈ ਜਥੇਦਾਰ ਸਾਹਿਬ ਨੇ ਕਿ ਹਥਿਆਰ ਲੈ ਲਓ, ਚੱਕ ਲਓ, ਜੇ ਕਰੋ, ਤੁਸੀਂ ਆਪਣੀ ਹੋਂਦ ਆਪ ਵੇਖਣੀ ਹੈ, ਉਹ ਵੀ ਇੱਦਾਂ ਮਿਸਗਾਈਡ ਜਿਹੜੇ ਕਰ ਲਏ ਸੀਗੇ। ਅਤੇ ਉਹਨਾਂ ਦੇ ਪਰਿਵਾਰਾਂ ਦੇ ਅੱਜ ਹਾਲਾਤ ਦੇਖੋ ਕਿ ਉਹਨਾਂ ਦੇ ਘਰਾਂ 'ਚ ਰੋਟੀਆਂ ਦੀ ਚੀਜ਼ਾਂ ਹੈ ਨਹੀਂ। ਅਤੇ ਜਥੇਦਾਰ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਥੇਦਾਰ ਸਾਹਿਬ ਜਦੋਂ ਵੀ ਤੁਸੀਂ ਸਟੇਟਮੈਂਟ ਦਿੰਦੇ ਹੋ, ਮੇਰਾ ਖਿਆਲ ਕਿ ਬਾਦਲ ਪਰਿਵਾਰ ਨੂੰ ਬਚਾਉਣ ਲਈ ਤੁਹਾਡਾ ਜ਼ਿਆਦਾ ਧਿਆਨ ਹੈ, ਸਿੱਖ ਕੌਮ ਨੂੰ ਬਚਾਉਣ 'ਚ ਤੁਹਾਡਾ ਉਹਨਾਂ ਧਿਆਨ ਨਹੀਂ। ਇਹਦੇ 'ਚ 2-3 ਚੀਜ਼ਾਂ ਤੁਹਾਨੂੰ ਦੱਸੂਗਾ ਕਿ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਸਿੱਖ ਬਹੁਤ ਵੱਡੀ ਚੀਜ਼ ਆ। ਸਿੱਖ ਕਹਿਣਾ ਹੀ ਇੱਕ ਬੜੇ ਮਾਣ ਵਾਲੀ ਗੱਲ ਹੈ ਕਿ ਆਪ ਹੀ ਸਿੱਖ ਆ। ਗੁਰੂ ਨਾਨਕ ਸਾਹਿਬ ਦੇ ਟਾਈਮ 'ਤੇ 16 ਕਰੋੜ ਸਿੱਖ ਸੀਗਾ, ਉਹਦੇ 'ਚ ਸਿੰਧੀ ਵੀ ਸੀਗੇ, ਉਹਦੇ 'ਚ ਹਿੰਦੂ ਵੀ ਆਉਂਦੇ ਸੀਗੇ, ਅਤੇ ਉਹਦੇ 'ਚ ਜਿਹੜੇ ਕੋਈ ਸੱਜਣ ਠੱਗ ਵਰਗੇ ਸੀਗੇ ਉਹ ਵੀ ਆਣ ਕੇ ਗੁਰੂ ਸਾਹਿਬ ਦੀ ਗਲਵੱਕੜੀ 'ਚ ਬਹਿ ਗਏ ਸੀ। ਉਹਨਾਂ ਨੇ ਜਿਹੜੇ ਗਲਤ ਕੰਮ ਛੱਡ ਦਿੱਤੇ, ਸਿੱਧੇ ਰਸਤੇ 'ਚ ਆ ਗਏ ਸੀ। ਅਤੇ ਅੱਜ ਕੀ ਗੱਲ ਹੋਈ ਕਿ ਬਾਬੇ ਨਾਨਕ ਦੀ ਸਿੱਖੀ 16 ਕਰੋੜ 'ਚ ਅਸੀਂ ਬਿਲਕੁਲ ਮੁੱਠੀ ਭਰ ਰਹਿ ਗਏ ਹਾਂ, ਅਤੇ ਉਹ ਵੀ ਸਿਮਟ ਕੇ ਪੰਜਾਬ 'ਚ ਰਹਿ ਗਏ ਹਾਂ। ਕਿਤੇ ਇਹ ਅਤੇ ਬਾਕੀ ਸਾਰੇ ਕਿਤੇ ਉਹਨਾਂ ਲੋਕਾਂ ਦੇ ਨਾਲ ਤਾਂ ਨਹੀਂ ਮਿਲ ਗਏ ਜਿਹੜੇ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਹੋਣ। ਇਹ ਬੜੀ ਸੋਚਣ ਵਾਲੀ ਗੱਲ ਆ। ਮੈਂ ਬੜੀ ਵਾਰ ਇੱਥੇ ਇਹ ਵੀ ਆਉਂਦੀ ਗੱਲ ਕਿ ਵੀ ਜਿਵੇਂ ਅਸੀਂ ਕਹਿੰਦੇ ਹਾਂ ਕਿ ਅਸੀਂ ਬੜੀ ਦਲੇਰ ਕੌਮ ਆ, ਮਾਰਸ਼ਲ ਕੌਮ ਆ, ਅਸੀਂ ਬੜੇ ਸਿਆਣੇ ਕੌਮ ਆ। ਟਕਸਾਲਾ ਯੂਨੀਵਰਸਿਟੀ ਵੀ ਤਾਂ ਪਹਿਲਾਂ ਪੰਜਾਬ 'ਚ ਆਏ ਸੀ। ਗੁਰੂ ਨਾਨਕ ਸਾਹਿਬ ਨੇ ਉਹ ਸਮੇਂ ਦੀ ਲੋੜ ਸੀ ਤਾਂ ਹਥਿਆਰ ਚੁੱਕੇ ਸੀ। ਅੱਜ ਕੀ ਸਮੇਂ ਦੀ ਲੋੜ ਹੈ ਸਾਨੂੰ? ਤੁਸੀਂ ਮੈਂ ਐਜ਼ ਅ ਗ੍ਰਹਿ ਮੰਤਰੀ ਵੇਖੋ, ਇਸ ਸਮੇਂ ਦੀ ਬਿਲਕੁਲ ਕੋਈ ਲੋੜ ਨਹੀਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਜੋ ਉਹਨਾਂ ਨੇ ਐਜ਼ ਏ ਸੈਕੂਲਰ ਸਿੱਖ ਆਪਣਾ ਨਾਮ ਕਮਾਇਆ, ਅਤੇ ਉਹਨਾਂ ਨੂੰ ਸ਼ੇਰੇ ਪੰਜਾਬ ਅੱਜ ਵੀ ਕਿਹਾ ਜਾਂਦਾ। ਕੋਈ ਅੱਜ ਤੱਕ ਰਾਜਾ ਕੋਈ ਵੀ ਕਿਸੇ ਵੀ ਧਰਮ ਦਾ ਸ਼ੇਰ ਨਹੀਂ ਬਣਿਆ, ਸ਼ੇਰੇ ਖਿਤਾਬ ਨਹੀਂ ਦਿੱਤਾ ਗਿਆ। ਸਿਰਫ ਇੱਕ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਦਾ ਖਿਤਾਬ ਦਿੱਤਾ ਗਿਆ। ਕਿੱਥੋਂ ਇਹ ਅਫਗਾਨਿਸਤਾਨ ਤੋਂ ਲੈ ਕੇ ਉਹਨਾਂ ਦਾ ਲਾਹੌਲ ਸਪੀਤੀ ਤੱਕ ਉਹਨਾਂ ਦਾ ਰਾਜ ਸੀਗਾ, ਅਤੇ ਉਹਨਾਂ ਨੇ ਹਰ ਧਰਮ ਦੀ ਜਿਹੜੀ ਰੱਖਿਆ ਕੀਤੀ ਅਤੇ ਉਹਦਾ ਸਤਿਕਾਰ ਕੀਤਾ। ਅਤੇ ਅੱਜ ਉਸ ਧਰਮ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹੁਣ ਜਿਹਦੇ ਸਰਬੱਤ ਦੇ ਭਲੇ ਦੀ ਗੱਲ ਹੁੰਦੀ ਹੈ, ਇੱਕ ਪਾਸੇ ਗੱਲ ਚੱਲ ਰਹੀ ਹੈ ਕਿ ਹਿੰਦੂ ਰਾਜ ਦੀ, ਅਤੇ ਦੂਸਰੇ ਪਾਸੇ ਜਦੋਂ ਸਾਡੇ ਜਥੇਦਾਰ ਸਾਹਿਬ ਇਹੋ ਜਿਹੀ ਗੱਲ ਕਰਨਗੇ ਅਤੇ ਬਾਹਰਲੀਆਂ ਸਟੇਟਾਂ ਦੇ ਵਿੱਚ ਸਿੱਖਾਂ ਨੂੰ ਕਿਸ ਨਜ਼ਰ ਨਾਲ ਦੇਖਿਆ ਜਾਏਗਾ? ਕਿਹੜਾ ਇਹਨਾਂ ਨੂੰ ਲਾਇਸੈਂਸ ਬਣਾ ਕੇ ਦੇਵੇਗਾ? ਕਿਹੜੇ ਬੱਚਿਆਂ ਦੇ ਲਈ ਇਹ ਨੌਕਰੀਆਂ ਲੈਣ ਲਈ ਜਾਣਗੇ? ਕਿਹਦੇ ਲਈ ਗੱਲ ਕਰਾਂ? ਮੈਂ ਜਥੇਦਾਰ ਸਾਹਿਬ ਨੂੰ ਇੱਕ ਛੋਟਾ ਜਿਹਾ ਸਵਾਲ ਹੀ ਪੁੱਛਣਾ ਚਾਹੁੰਦਾ ਕਿ ਜਥੇਦਾਰ ਸਾਹਿਬ ਇੱਕ ਪਿੰਡ 'ਚ ਅਸੀਂ 4 ਗੁਰਦੁਆਰੇ ਬਣਾਏ ਨੇ, ਉਹਨੂੰ ਪਹਿਲਾਂ ਇੱਕ ਗੁਰਦੁਆਰਾ 'ਤੇ ਕਰ ਲਓ ਕਿ ਸਾਰਾ ਪਿੰਡ ਸਾਰੀਆਂ ਜਿਹੜੇ ਵੱਖ-ਵੱਖ ਹੈਗੇ ਨੇ ਕਿ ਇਸ ਬਰਾਦਰੀ ਦਾ ਗੁਰਦੁਆਰਾ, ਇਸ ਬਰਾਦਰੀ ਦਾ ਗੁਰਦੁਆਰਾ, ਇਹ ਗਲੀ ਵਾਲਿਆਂ ਦਾ ਗੁਰਦੁਆਰਾ, ਉਹ ਪਹਿਲਾਂ ਇੱਕ ਗੁਰਦੁਆਰਾ 'ਤੇ ਇਕੱਠਾ ਕਰ ਦਿਓ। ਸਿੱਖ ਕੌਮ 'ਤੇ ਇਕੱਠੀ ਕਰੋਗੇ, ਇੱਕ ਗੁਰਦੁਆਰੇ 'ਚ ਬੈਠ ਕੇ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ 'ਤੇ ਚੱਲਣ। ਇਹ ਤਾਂ ਕਰ ਦਿਓ ਕਿ ਜਿਹੜੇ ਸ਼ਮਸ਼ਾਨ ਘਾਟ, ਕਿ ਇਹ ਐਸੀਆਂ ਦਾ ਸ਼ਮਸ਼ਾਨ ਘਾਟ ਹੈ, ਸਿੱਖਾਂ ਦਾ ਜੀ ਕਹਿੰਦਾ, ਪਹਿਲਾਂ ਸ਼ਮਸ਼ਾਨ ਘਾਟ 'ਤੇ ਇੱਕ ਕਰ ਲਓ ਕਿ ਉੱਥੇ 'ਤੇ ਜਾ ਕੇ ਇਕੱਠੇ ਹੋ ਜਾਈਏ। ਜੀਂਦੇ ਜੀ ਤਾਂ ਅਸੀਂ ਇਕੱਠੇ ਨਹੀਂ, ਮਰਨ ਲੱਗੇ ਇਕੱਠੇ ਹੋ ਜਾਈਏ। ਅਤੇ ਇਹਨਾਂ ਚੀਜ਼ਾਂ ਉੱਤੇ ਤਾਂ ਜਥੇਦਾਰ ਸਾਹਿਬ ਦਾ ਧਰਮ ਪ੍ਰਚਾਰ ਦੇ ਨਾਂ ਦੇ ਉੱਤੇ ਪੰਜਾਬ ਦੇ ਵਿੱਚ ਕਦੀ ਵੀ ਕੋਈ ਧਰਮ ਦਾ ਪ੍ਰਚਾਰ ਕਰਨ ਲਈ ਨਹੀਂ ਗਿਆ। ਕਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕੋਈ ਨਹੀਂ ਗਿਆ। ਇੱਥੋਂ ਤੱਕ ਕਿ ਮੇਰਾ ਆਪਣਾ ਪਿੰਡ ਧਾਰਵਾਲੀ ਸ਼ਹੀਦ ਲਛਮਣ ਸਿੰਘ ਦਾ, ਜਿਨ੍ਹਾਂ ਨੇ ਗੁਰਦੁਆਰੇ ਆਜ਼ਾਦ ਕਰਵਾਏ, ਮੇਰੇ ਪਿੰਡ 'ਚ ਅੱਜ ਤੱਕ ਅਕਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੀ ਨਹੀਂ ਗਈ। ਉਹਨਾਂ ਦੇ ਜਿੱਥੇ ਆਣ ਕੇ ਵਾਈਫ ਬੈਠੀ ਸੀ, ਅਤੇ ਜਦੋਂ ਇਹਨਾਂ ਨੇ ਵੇਖਿਆ ਕਿ ਪਿਛਲੇ ਸਾਲ ਇਹਨਾਂ ਨੂੰ ਬਿਲਕੁਲ ਅਕਾਲੀਆਂ ਨੂੰ ਕੋਈ ਘਰਾਂ 'ਚ ਨਹੀਂ ਵੜ ਦਿੰਦਾ, ਪਿਛਲੇ ਸਾਲ ਇਹਨਾਂ ਗੋਦਰਪੁਰ ਪਿੰਡ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੱਥੇ ਲਾਉਣਾ ਚਾਹੀਦਾ। ਅਤੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਪਿੰਡ 'ਤੇ ਉਹਦਾ ਧਾਰੋਵਾਲੀ ਲਿਖਿਆ ਜਾਂਦਾ, ਸਰਦਾਰ ਲਛਮਣ ਸਿੰਘ ਧਾਰੋਵਾਲੀ, ਅਤੇ ਗੋਦਰਪੁਰੇ ਜਾ ਕੇ ਸਹੁਰੇ ਜਿੱਥੇ ਵਾਈਫ ਜਿੱਥੇ ਜਾ ਕੇ ਬੈਠੀ, ਅਤੇ ਉੱਥੇ ਜਾ ਕੇ
ਦਿਨ ਮਨਾ ਰਹੇ ਨੇ। ਇਹਦਾ ਮਤਲਬ ਕਿ ਸਿੱਖ ਇਤਿਹਾਸ ਨੂੰ ਖਤਮ ਕਰ ਲਈ, ਲਛਮਣ ਸਿੰਘ ਧਾਰੋਵਾਲੀ ਦਾ ਨਾਂ ਖਤਮ ਕਰ ਲਈ, ਗੋਦਰਪੁਰੇ 'ਚ ਜਾ ਕੇ ਫੰਕਸ਼ਨ ਕਰਨ ਲੱਗ ਪਏ ਨੇ। ਤੇ ਕਿ ਲਛਮਣ ਸਿੰਘ ਜਿਹੜਾ ਸੀ ਉਹ ਗੋਦਰਪੁਰ ਦਾ ਧਾਰੋਵਾਲੀ ਦਾ ਨਹੀਂ ਸੀ। ਇਹਨਾਂ ਦੇ ਵਿੱਚ ਇਹਨਾਂ ਨੇ ਜਿਹੜੀ ਕਮੇਟੀ ਬਣਾਈ ਉਹਦੇ 'ਚ ਇਹਨਾਂ ਕਿਹਾ ਕਿ ਜਿਹੜੇ ਬੰਦੀ ਸਿੰਘ ਨੇ ਉਹਨਾਂ ਲਈ, ਰਾਮ ਰਹੀਮ ਦੇ ਕੇਸਾਂ ਲਈ ਕੀ ਕੀਤਾ। ਤੇ ਮੈਂ ਦਾਦੂਵਾਲ ਸਾਹਿਬ ਨੂੰ ਕਾਲ ਕੀਤੀ ਤੇ ਸਰਨਾ ਸਾਹਿਬ ਨੂੰ, ਮੈਂ ਕਿਹਾ ਮੈਨੂੰ ਵੀ ਪੇਸ਼ ਕਰੋ। ਇੱਕ ਪਾਸੇ ਤੇ ਤੁਸੀਂ ਡਿਪਟੀ CM ਹੋਮ ਬਿਠਾਇਆ ਤੇ ਇੱਕ ਦੂਜੇ ਪਾਸੇ ਬਾਹਰ ਵੀ ਬੈਠਾ, ਉਹਦੇ ਕੋਲ ਜੇਲ੍ਹ ਵੀ ਸੀਗੀ। ਤੇ ਪੁੱਛੋ ਕਿ ਤੁਹਾਡੇ ਡਿਪਟੀ CM ਜਿਹੜਾ ਮੈਂਬਰ ਆ ਉਹਨੇ ਕੀ ਕੀਤਾ, ਤੇ ਜਿਹੜਾ ਬਾਅਦ 'ਚ 3 ਮਹੀਨੇ ਲਈ ਹੋਮ ਮਿਨਿਸਟਰ ਬਣਿਆ ਤੇ ਉਹਨੇ ਸਿੱਖ ਕੌਮ ਲਈ ਕੀਤਾ। ਮੈਂ ਕਿਹਾ ਯਾਰ ਮੈਂ ਉੱਥੇ ਸਾਹਮਣੇ ਬਿਠਾ ਕੇ ਮੈਨੂੰ ਕਹਿੰਦੇ ਤੁਸੀਂ ਤਾਂ ਸਟੇਟਮੈਂਟ ਦਿਓ। ਮੈਂ ਸਟੇਟਮੈਂਟ ਕਿਉਂ, ਤੁਹਾਡੇ ਸਾਹਮਣੇ ਕਿਉਂ ਨਹੀਂ ਮੈਂ ਗੱਲ ਕਰ ਸਕਦਾ? ਤੇ ਉੱਥੇ ਮੈਂ ਦੱਸਾਂ ਕਿ ਤੁਸੀਂ ਕੀ ਕੀਤਾ। ਮੇਰੇ ਕੋਲ ਲਿਸਟ ਆ ਪਹਿਲਾਂ ਇਹਨਾਂ ਦਾ ਉਹ ਜਿਹੜਾ ਇਹਨਾਂ ਨੇ ਮਤਾ ਕੀਤਾ ਸੀ ਸਰਬੱਤ ਖਾਲਸਾ। ਸਭ ਤੋਂ ਪਹਿਲੇ 'ਚ ਇਹਨਾਂ ਨੇ ਕਿਹਾ, ਇਹ 7ਵਾਂ ਨੰਬਰ ਜਿਹੜਾ ਸੀ ਕਿ ਸਰਬੱਤ ਖਾਲਸਾ ਤਾਕੀਦ ਕਰਦਾ ਕਿ ਜੇਲ੍ਹਾਂ ਵਿੱਚ ਬੰਦੀ ਸਿੱਖ ਰਾਸ਼ੀ ਕੈਦੀ ਜੋ ਸਾਡੀ ਕੌਮ ਦਾ ਸਰਮਾਇਆ ਹਨ, ਜਿਨ੍ਹਾਂ ਵਿੱਚੋਂ ਕਈ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਏ। ਮੈਂ ਪੁੱਛਣਾ ਚਾਹੁੰਦਾ ਕਿ ਸੁਖਬੀਰ ਸਿੰਘ ਬਾਦਲ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਤੇ ਵੀ ਕੋਈ ਇਨੀਸ਼ੀਏਟਿਵ ਲਿਆ? ਮੈਂ ਕਹਿੰਦਾ ਬਿਲਕੁਲ ਨਹੀਂ ਲਿਆ। ਦੂਸਰੀ ਚੀਜ਼, ਇਹਨਾਂ ਨੇ ਇਹ ਜ਼ਰੂਰ ਕਿਹਾ ਕਿ ਜਿਸ ਵੇਲੇ ਦਵਿੰਦਰਪਾਲ ਭੁੱਲਰ ਦੀ ਕਿਹਾ ਗਿਆ ਕਿ ਇਹਦੀ ਹੈਲਥ ਨਹੀਂ ਠੀਕ ਕਿ ਉੱਥੇ ਦਿੱਲੀ ਗਵਰਨਮੈਂਟ ਨੂੰ ਲਿਖੋ। ਬਾਦਲ ਸਾਹਿਬ ਨੇ ਉਸ ਵੇਲੇ ਸਮੇਤ ਸੈਣੀ ਉਦੋਂ DGP ਸੀ, ਲਿਖ ਕੇ ਭੇਜਿਆ ਕਿ ਇਹਦੀ ਦਵਿੰਦਰਪਾਲ ਸਿੰਘ ਭੁੱਲਰ ਦਾ ਪੰਜਾਬ 'ਚ ਆਉਣ ਨਾਲ ਪੰਜਾਬ ਦੇ ਲਾਅ ਐਂਡ ਆਰਡਰ ਦੀ ਪ੍ਰੋਬਲਮ ਕ੍ਰੀਏਟ ਹੋ ਸਕਦੀ, ਰੁਕਵਾਇਆ ਗਿਆ। ਇਹਨਾਂ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੀ ਖੁਦਮੁਖਤਿਆਰੀ ਦੀ ਬਹਾਲੀ ਤੱਕ ਸਿੱਖਾਂ ਦੇ ਅੰਦਰੂਨੀ ਕਿ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਸਿੱਖ ਅਕਾਲ ਤਖਤ ਦੀ ਖੁਦਮੁਖਤਿਆਰੀ ਕਿੱਥੇ ਰਹਿ ਗਈ ਜਦੋਂ ਆਪਣੇ ਆਪ ਹੀ ਇੱਕ ਜਿਹੜਾ ਸਰਸੇ ਦਾ ਮੁਖੀ ਸੀ ਉਹਨੂੰ ਬਿਨਾਂ ਐਪਲੀਕੇਸ਼ਨ ਤੋਂ, ਬਿਨਾਂ ਕਿਸੇ ਗੱਲ ਤੋਂ ਉਹਨੂੰ ਮਾਫੀ ਦਿੱਤੀ ਜਾਂਦੀ ਆ, ਤੇ ਉਹ ਖੁਦਮੁਖਤਿਆਰੀ ਕਿੱਥੇ ਰਹਿ ਗਈ ਜੀ? ਤੇ ਦਿੱਤੀ ਵੀ ਕਿੱਥੇ ਜਾਂਦੀ ਹੈ? CM ਦੇ ਰੈਜ਼ੀਡੈਂਸ ਤੇ ਦਿੱਤੀ ਜਾਂਦੀ ਹੈ। ਤੁਹਾਡੇ ਕਾਰਜਕਾਲ 3 ਮਹੀਨਿਆਂ ਵਿੱਚ ਕੋਈ ਬੰਦੀ ਸੀ, ਤੁਸੀਂ ਰਿਆ ਕਰਵਾਓਗੇ? ਮੈਂ ਤੁਹਾਨੂੰ 1 ਮਿੰਟ ਇਹਨਾਂ ਸਾਰੀ ਗੱਲਾਂ ਸੁਣਾਦਾ, ਥੋੜੀ ਜਿਹੀ ਜਲਦੀ ਨਾ ਕਰੋ। ਇਹ ਬੜਾ ਵੱਡੀ ਗੱਲ ਹੈ। ਸਾਨੂੰ ਤਾਂ ਸਿੱਖ ਹੀ ਨਹੀਂ ਸਮਝਦੇ, ਸਾਨੂੰ ਕਹਿੰਦੇ ਇਹ ਕਾਂਗਰਸੀ ਨੇ। ਬੇਸ਼ੱਕ ਅਸੀਂ ਚਲੋ ਇਹਨਾਂ ਜਿਨ੍ਹਾਂ ਤੇ ਨਹੀਂ ਅਸੀਂ ਕਰ ਸਕਦੇ ਕਿ ਲਾਲਾ ਨਹੀਂ ਕਰਦੇ ਜਾਂ ਨੀਲੀ ਪੱਗ ਨਹੀਂ ਬਣਦੇ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਲੀਡਰ ਨਹੀਂ ਮੰਨਦੇ, ਅਕਾਲੀ ਦਲ ਨੂੰ ਨਹੀਂ ਮੰਨਦੇ, ਤੇ ਪਰ ਅਸੀਂ ਸਿੱਖ ਤੇ ਹੈਗੇ ਆ ਨਾ। ਮੇਰੇ ਪਿਤਾ ਜੀ ਵੀ ਅੰਮ੍ਰਿਤਧਾਰੀ ਸੀ, ਸਾਡੇ ਮੁੱਖ ਮੰਤਰੀ ਸਰਦਾਰ ਦਰਬਾਰਾ ਸਿੰਘ ਰਹੇ ਉਹ ਵੀ ਅੰਮ੍ਰਿਤਧਾਰੀ ਸੀ, ਪਰ ਕਹਿੰਦੇ ਜੀ ਇਹ ਤੇ ਕਾਂਗਰਸੀ ਨੇ, ਇੱਕ ਸਿੱਖ ਨਹੀਂ ਹੋ ਸਕਦੇ। ਦੂਸਰਾ ਇਹਨਾਂ ਨੇ ਕਿਹਾ ਸੀ ਕਿ ਸਰਬੱਤ ਖਾਲਸਾ ਜਿਹੜਾ ਮਤਾ ਨੰਬਰ 4 ਸੀਗਾ ਉਹਦੇ 'ਚ ਕਿਹਾ ਕਿ ਸਰਬੱਤ ਖਾਲਸਾ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮ ਅਤੇ ਪੰਥ ਰਤਨ ਅਵਾਰਡ ਵਾਪਸ ਲੈਣ ਦਾ ਫੈਸਲਾ ਕਰਦੀ ਹੈ। ਤੇ ਉਹ ਪਰਿਵਾਰ ਦਾ ਬੰਦਾ ਉੱਥੇ ਬਿਠਾ ਕੇ ਤੇ ਇਹ ਕੀ ਲੋਕਾਂ ਨੂੰ ਦੱਸਣਾ ਚਾਹੁੰਦੇ ਨੇ। ਤੇ ਇਹਨਾਂ ਨੂੰ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਕਿ ਇਹਦੇ 'ਚ ਇਹਨਾਂ ਨੇ ਜਿਹੜਾ ਕੀਤਾ ਕਿ ਅੱਜ ਦੇ ਸਰਬੱਤ ਖਾਲਸਾ ਮੌਜੂਦਾ ਜਥੇਦਾਰ ਗੁਰਬਚਨ ਸਿੰਘ ਜੋ ਵੀ ਜਿੰਨੇ ਜਥੇਦਾਰ ਕਹਿੰਦੇ ਇਹਨਾਂ ਨੂੰ ਅਸੀਂ ਲਾ ਕੇ ਤੇ ਉੱਥੇ ਸਰਬੱਤ ਖਾਲਸਾ ਅਤੇ ਕਾਰਜਕਾਰੀ ਜਥੇਦਾਰ ਨਿਯੁਕਤੀ ਕਰਦਾ ਹੈ ਭਾਈ ਜਗਤਾਰ ਸਿੰਘ ਹਵਾਰਾ, ਤਖਤ ਸ੍ਰੀ ਅਕਾਲ ਤਖਤ ਸਾਹਿਬ, ਭਾਈ ਅਮਰੀਕ ਸਿੰਘ ਜਨਾਲਾ, ਤਖਤ ਸ੍ਰੀ ਕੇਸਗੜ੍ਹ ਸਾਹਿਬ ਉਦੋਂ ਹੀ ਰਿਜ਼ਾਈਨ ਕਰ ਗਏ ਕਿ ਇਹਨਾਂ ਦੇ ਭਾਈ ਬਲਜੀਤ ਸਿੰਘ ਦਾਦੂਵਾਲ ਉਹ ਜਦੋਂ ਪ੍ਰਧਾਨ ਬਣ ਗਏ ਉਦੋਂ। ਮੈਂ ਇਹਨਾਂ ਪੁੱਛਣਾ ਚਾਹੁੰਦਾ ਕਿ ਆ ਜਿਹੜੇ ਤੁਸੀਂ ਇੰਨੇ ਕੁਝ ਲਿਖੇ ਆ ਤੇ ਤੁਸੀਂ ਇਹਨੂੰ ਹੁਣ ਹਰਮੀਤ ਸਿੰਘ ਹੁਣਾਂ ਨੂੰ ਤੁਸੀਂ ਜਥੇਦਾਰ ਅਕਾਲ ਤਖਤ ਤੋਂ ਮੰਨਦੇ ਹੋ ਕਿ ਜਥੇਦਾਰ ਹਵਾਰਾ ਨੂੰ ਮੰਨਦੇ ਹੋ? ਇਹ ਤਾਂ ਕਲੀਅਰ ਹੋਣਾ ਚਾਹੀਦਾ। ਤੇ ਨਾਲ ਇਹ ਵੀ ਮੈਂ ਪੁੱਛਣਾ ਚਾਹੁੰਦਾ ਕਿ 15 ਦੇ ਵਿੱਚ ਜਦੋਂ ਸਰਬੱਤ ਖਾਲਸਾ ਹੋਇਆ, ਦਾਦੂਵਾਲ ਸਾਹਿਬ ਤੇ ਮਾਨ ਸਾਹਿਬ 2 ਮੈਂਬਰ ਨੇ ਉਹਦੇ 'ਚ, ਉਹ ਸੁਖਬੀਰ ਬਾਦਲ ਨੂੰ ਇਹੋ ਹੀ ਪੁੱਛ ਲੈਣ ਕਿ ਤੂੰ ਸਾਡੇ ਤੇ ਦੇਸ਼ ਧਰੋਹੀ ਦਾ ਮੁਕੱਦਮਾ ਤੇ ਤੂੰ ਦਰਜ ਕੀਤਾ ਐਜ ਹੋਮ ਮਿਨਿਸਟਰ। ਜਿਹੜੇ ਕਹਿੰਦੇ ਕਿ ਜਿਹੜੇ ਸਿੰਘ ਬੰਦੀ ਸਿੰਘ ਨੇ ਉਹਨਾਂ ਨੂੰ ਛੱਡਿਆ ਜੇ, ਉਹਨਾਂ ਤੇ ਟਾਡਾ ਲੱਗੀ ਹੈ ਨਾ, ਟਾਡਾ ਦਾ ਨਾਮ ਬਦਲ ਕੇ UAPA ਕਰ ਦਿੱਤਾ। ਤੇ ਉਹੋ ਹੀ ਚੀਜ਼ ਜਿਹੜੀ ਟਾਡਾ ਜਿਹੜੀ ਉਹ ਨਹੀਂ ਲੱਥ ਰਹੀ ਤੇ ਉਹਨਾਂ ਦੇ ਉੱਤੇ ਇਹਨਾਂ ਦੋਨਾਂ ਮਹਾਂਪੁਰਖਾਂ ਤੇ ਜਿਹੜੇ ਸਾਹਮਣੇ ਬੈਠਾ, ਪਤਾ ਨਹੀਂ ਕਿਹੜੀਆਂ ਨਜ਼ਰਾਂ ਨਾਲ ਇੱਥੇ ਬੈਠੇ ਤੇ ਉਹ ਵੀ ਕਿਹੜੀਆਂ ਨਜ਼ਰਾਂ ਨਾਲ ਇਹਨਾਂ ਨਾਲ ਗੱਲ ਕਰਦਾ। ਇਹਦਾ ਮਤਲਬ ਕੋਈ ਹੈ ਹੀ ਨਹੀਂ ਗੀ। ਤੇ ਇਹ ਮੈਂ ਤਾਂ ਕਹੀ ਇਹ ਗੱਲ ਕਿ ਇਹ ਚੀਜ਼ਾਂ ਲੋਕਾਂ ਨੂੰ ਪਤਾ ਲੱਗੇ ਕਿ UAPA ਤੇ ਇਹਨਾਂ ਦੋਨਾਂ ਤੇ ਲਾਈ ਆ। ਆ ਸਰਨਾ ਸਾਹਿਬ ਨੂੰ ਕੱਢਿਆ, GK ਨੂੰ ਕੱਢਿਆ, ਇਹਨਾਂ ਨੂੰ ਅਕਾਲੀ ਦਲ ਦਾ ਜਿਹੜਾ ਦਫ਼ਤਰ ਸੀਗਾ ਬੰਗਲਾ ਸਾਹਿਬ ਗੁਰਦੁਆਰੇ ਉਹ ਬੰਦ ਕਰ ਦਿੱਤਾ।
ਤੇ ਇਹ ਸਾਰੀਆਂ ਸੋ ਚੀਜ਼ਾਂ ਨੇ ਬੇਸਿਕਲੀ ਇਹ ਸਾਰੇ ਇਕੱਠੇ ਹੋ ਗਏ ਕਿਉਂਕਿ ਪੰਥ ਨੂੰ ਨਹੀਂ, ਇਹਨਾਂ ਨੂੰ ਖਤਰਾ ਹੈ। ਪੰਥ ਨੂੰ ਇਹਨਾਂ ਨੂੰ ਖਤਰਾ। ਆ ਹੁਣ ਤੁਸੀਂ ਜਿਹੜੀ ਗੱਲ ਕੀਤੀ ਆ ਕਿ ਤੁਹਾਡੇ ਟਾਈਮ ਤੇ ਮੇਰੇ ਟਾਈਮ ਤੇ ਜਿਹੜੇ ਕੋਈ ਛੱਡੇ ਨੇ, ਆ ਮੈਂ ਇੱਕ ਨਾਂ ਬੋਲਣ ਲੱਗਾ। ਇਹ ਜਿਸ ਵੇਲੇ ਮੇਰੇ ਜਥੇਦਾਰ ਧਿਆਨ ਸਿੰਘ ਮੰਡ, ਇਹ ਆਪਣੇ ਸੀਗੇ ਦਾਦੂਵਾਲ ਸਾਹਿਬ, ਗੁਰਦੀਪ ਸਿੰਘ ਬਠਿੰਡੇ ਤੋਂ, ਇਹ ਕਾਨ ਸਿੰਘ ਵਾਲਾ ਉਹ ਸੀਗੇ, ਇਹ 15-16 ਜਾਣੇ ਮੈਨੂੰ, ਵਿੱਚੇ ਵਸਨ ਸਿੰਘ ਜਫਰਵਾਲ ਵੀ ਸੀਗੇ। ਇਹ ਸਾਰੇ ਮੈਨੂੰ ਜਦੋਂ ਮੇਰੇ ਕੋਲ ਜੇਲ੍ਹ ਡਿਪਾਰਟਮੈਂਟ ਆਇਆ, ਇਹ ਆਏ ਕਿ ਸਾਡੇ ਜਿਹੜੇ ਅੰਦਰ ਸਿੱਖ ਬੰਦ ਨੇ ਕਿ ਇਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ। ਵਾਕਈ ਉਹਨਾਂ ਦੀਆਂ 15-15, 20-20, 25-25 ਸਾਲ ਆਪਣੀ ਸਜ਼ਾ ਤੋਂ ਵੱਧ ਬੈਠੇ ਨੇ। ਕਿਸੇ ਨੇ ਜਿਹੜਾ ਕ੍ਰਾਈਮ ਕੀਤਾ ਉਹਦੀ ਸਜ਼ਾ ਉਹਨੂੰ ਜਿਹੜੀ ਮਿਲਣੀ ਉਹ ਮਿਲ ਗਈ, ਉਹਦੇ ਬਾਅਦ ਜੇਲ੍ਹ 'ਚ ਰੱਖਣਾ, ਮੈਂ ਵੀ ਉਹਨਾਂ ਚੀਜ਼ਾਂ ਦੇ ਅਗੇਂਸਟ ਹਾਂ। ਪਰ ਮੈਂ ਇਹ ਚੀਜ਼ ਦੇ ਇਸ ਕਰਕੇ ਅਗੇਂਸਟ ਹਾਂ ਕਿ ਜੇ ਕਾਨੂੰਨ ਨੇ ਜੋ ਕਿਹਾ ਉਸ ਕਾਨੂੰਨ ਦੇ ਮੁਤਾਬਕ ਚਲੋ, ਜੋ ਲਾਅ ਕਹਿੰਦਾ ਉਹ ਚੱਲੋ, ਤੇ ਕਿਸੇ ਨੂੰ ਵਾਧੂ ਜੇਲ੍ਹ 'ਚ ਰੱਖਣਾ ਮੈਂ ਨਹੀਂ ਉਹਨੂੰ ਠੀਕ ਸਮਝਦਾ। ਵੇਖੋ, ਮੈਂ ਟੈਰਰਿਜ਼ਮ ਦੇ ਅਗੇਂਸਟ ਰਿਹਾ, ਉਹਦੇ ਨਾਲ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ, ਬਹੁਤ ਘਰ ਉਜਾੜੇ ਗਏ। ਪੰਜਾਬ ਦਾ ਜੋ ਉਸ ਟਾਈਮ ਨੁਕਸਾਨ ਹੋਇਆ, ਅਜੇ ਤੱਕ ਅਸੀਂ ਉੱਥੇ ਪਹੁੰਚ ਨਹੀਂ ਸਕੇ। ਉਹ ਵੈਸੇ ਇੱਕ ਡਿਫਰੈਂਟ ਵਿਸ਼ਾ ਹੈ, ਬਿਕੋਜ਼ ਦੋਨੋਂ ਪਾਸਿਓਂ ਮਤਲਬ ਜੇ ਬਿਲਕੁਲ ਵਿਸ਼ਾ, ਬਿਲਕੁਲ ਉਹਦੇ 'ਚ ਮੈਂ ਕਹਿੰਦਾ ਕਿ ਉਹ ਕਦੀ ਸਾਨੂੰ ਇੰਨੀ ਕਾਲਾ ਦੌਰ ਆਉਣਾ ਹੀ ਨਹੀਂ ਸੀ ਚਾਹੀਦਾ। ਪਤਾ ਨਹੀਂ ਕੀ ਸਾਨੂੰ ਕਦੀ ਤਾਂ ਆਪਣਾ ਦਿਲ ਸਟਰੋਂਗ ਕਰਕੇ ਆਪਣੀਆਂ ਵੀ ਗਲਤੀਆਂ ਪਰ ਦੂਜਿਆਂ ਦੀ ਗਲਤੀਆਂ ਵੀ ਕਬੂਲਣੀਆਂ ਪੈਣਗੀਆਂ, ਦੋਨੋਂ ਪਾਸੇ ਦੀ। ਮੈਂ ਦੱਸਦਾ ਤੁਹਾਨੂੰ, ਮੈਂ ਹਮੇਸ਼ਾ ਹੀ ਉਹਨਾਂ ਗਲਤੀ ਜਿਹੜੀ ਉੱਥੇ ਹੋਈ ਆ ਦਰਬਾਰ ਸਾਹਿਬ ਦੀ, ਉਹ ਗਲਤੀ ਏਡਾ ਵੱਡਾ ਕਲੰਕ ਆ, ਉਹ ਕਦੀ ਧੁੱਪ ਨਹੀਂ ਸਕਦਾ। ਪਰ ਹਿਰਦਾ ਵੀ ਇੰਨਾ ਵਿਸ਼ਾਲ ਆ ਸਿੱਖੀ ਦਾ, ਸਿੱਖੀਜ਼ਮ ਦਾ। ਗੁਰੂ ਸਾਹਿਬ ਨੇ ਤੇ ਜਾ ਕੇ ਉਹਨੂੰ ਔਰੰਗਜ਼ੇਬ ਨੂੰ ਚਿੱਠੀ ਲਿਖ ਦਿੱਤੀ, ਜਿਹਨੂੰ ਜਫਰਨਾਮਾ ਕਹਿੰਦੇ ਆ, ਕਿ ਤੂੰ ਕਾਂਗੜ ਆ ਜਾ, ਦੀਨੇ ਆ ਜਾ, ਤੇ ਮੈਂ ਤੈਨੂੰ ਜਿਹੜਾ ਬਖਸ਼ ਦੇਣਾ। ਤੇ ਨਾਲ ਇਹ ਵੀ ਲਿਖਿਆ ਕਿ ਤੈਨੂੰ ਦੀਨੇ ਕੋਈ ਖਤਰਾ ਨਹੀਂ ਹੋਏਗਾ, ਕਿਉਂਕਿ ਤੇਰੇ ਇੱਥੇ ਆਪਣਾ ਉਹਦੇ ਕੋਈ ਪੜਦਾਦੇ ਦਾਦੇ ਉੱਥੋਂ ਦੇ ਰਹਿਣ ਵਾਲੇ ਸੀ। ਤੇ ਜੇ ਜਿਹੜਾ ਗੁਰੂ ਸਾਡਾ ਇੰਨਾ ਵਿਸ਼ਾਲ ਹਿਰਦੇ ਵਾਲਾ, ਤੇ ਜਿੰਨੇ ਤੇ ਔਰੰਗਜ਼ੇਬ ਨੂੰ ਵੀ ਉਹਨੇ ਆਖਿਆ ਕਿ ਸਾਰਾ ਕੁਝ ਹੀ ਖਤਮ ਕਰ ਦਿੱਤਾ ਉਹਨੇ। ਔਰੰਗਜ਼ੇਬ ਨੇ ਜੋ ਤਸ਼ੱਦਦ ਕੀਤਾ ਬਾਪ ਤੋਂ ਲੈ ਕੇ ਬੱਚਿਆਂ ਤੱਕ ਦੇ, ਛੋਟੇ ਛੋਟੇ ਬੱਚਿਆਂ ਦੇ, ਤੇ ਇਹ ਕਰਕੇ ਸਿੱਖ ਕੌਮ ਤੇ ਕਦੀ ਵੀ ਕਿਸੇ ਨਾਲ ਈਰਖਾ ਰੱਖਦੀ ਨਹੀਂ, ਤੇ ਸਾਨੂੰ ਕਦੀ ਵੀ ਈਰਖਾ ਰੱਖ ਕੇ ਨਹੀਂ ਚੱਲਣਾ ਚਾਹੀਦਾ। ਉਹਦੇ 'ਚ ਜਿਹੜੇ ਲਾਲ ਸਿੰਘ ਛੱਡਿਆ, ਫਿਰ ਦਵਿੰਦਰਪਾਲ ਭੁੱਲਰ ਦੀ ਇਹ ਚਿੱਠੀ ਆ ਜਿਹੜੀ ਮੈਂ ਕੇਜਰੀਵਾਲ ਸਾਹਿਬ ਨੂੰ ਲਿਖੀ, ਉਹਨਾਂ ਨੇ ਮੇਰੇ ਖਿਆਲ ਉਹਦਾ ਮੈਨੂੰ ਇਹ ਆਹ ਲਿਖੀ ਹੈ ਜੀ, ਕੇਜਰੀਵਾਲ ਸਾਹਿਬ ਨੂੰ ਚਿੱਠੀ ਲਿਖੀ। ਇਹ ਫਿਰ ਮੇਰੇ ਖਿਆਲ 9/10/19 ਉਹਦੇ ਬਾਅਦ ਉਹਨਾਂ ਨੇ 31/7/20 ਨੂੰ ਉਹਦਾ ਜਵਾਬ ਭੇਜਿਆ ਔਰ ਉਹਦਾ ਲਿਖ ਕੇ ਭੇਜ ਦਿੱਤਾ। ਉਹਨਾਂ ਆਪ ਨਹੀਂ ਲਿਖਿਆ, ਉਹਨਾਂ ਦਾ ਕੋਈ ਡਿਪਟੀ ਸੈਕਟਰੀ ਸੀ, ਉਹ ਮੇਰੇ ਸੈਕਟਰੀ ਨੂੰ ਭੇਜਿਆ ਕਿ ਸਾਡੀ ਬੋਰਡ ਦੀ ਮੀਟਿੰਗ ਹੋਈ ਆ, ਕਿਉਂਕਿ ਬੋਰਡ ਬੈਠਦਾ ਕਿ ਕਿਹਨੂੰ ਛੱਡਣਾ, ਉਹਦੇ 'ਚ ਇਹਦਾ ਕੇਸ ਰਿਜੈਕਟ ਕਰ ਦਿੱਤਾ। ਉਹਦੇ ਬਾਅਦ KTS ਤੁਲਸੀ ਜਿਹੜੇ ਐਡਵੋਕੇਟ ਨੇ, ਉਹਨਾਂ ਨੇ ਇਹਨਾਂ ਦਾ ਲਿਖਿਆ ਕਿ 550 ਸਾਲਾਂ ਵਾ, ਤੇ ਇਹਦੇ 'ਚ ਮਰਸੀ ਜਿਹੜੀ ਅਪੀਲ, ਉਹਨਾਂ ਨੂੰ ਕਿਹਾ ਕਿ ਇਹਨੂੰ ਛੱਡਿਆ ਜਾਵੇ, ਬਾਕੀ ਰਿਹਾਈਆਂ ਗੁਰੂ ਨਾਨਕ ਸਾਹਿਬ ਦੇ ਜੀ ਹੋਈ ਹੈ, ਤੇ ਉਹਨਾਂ ਦੇ ਇਸ ਦਿਨ ਦੇ ਉੱਤੇ ਇਹਨਾਂ ਨੂੰ ਰਿਹਾਈ ਦਿੱਤੀ ਜਾਏ। ਉਹਦਾ ਅੱਜ ਤੱਕ ਉਹਨਾਂ ਨੇ ਜਵਾਬ ਨਹੀਂ ਭੇਜਿਆ ਸਾਨੂੰ। ਉਹਦੇ ਬਾਅਦ 3 ਨੰਬਰ 'ਤੇ ਗੁਰਦੀਪ ਨੇ ਆਪਣਾ ਨੰਦ ਸਿੰਘ ਪੁੱਤਰ ਖੁਸ਼ਹਾਲ ਸਿੰਘ, ਇਹ ਉਹਨਾਂ ਨੂੰ ਅਸੀਂ ਰਿਹਾ ਕੀਤਾ। ਸ਼ਬੇਗ ਸਿੰਘ ਪੁੱਤਰ ਸੇਵਾ ਸਿੰਘ ਕੇਂਦਰੀ ਜੇਲ੍ਹ ਪਟਿਆਲਾ ਤੋਂ ਕੀਤਾ। ਬਾਬਾ ਬਲਬੀਰ ਸਿੰਘ ਪੁੱਤਰ ਅਜੈਬ ਸਿੰਘ ਕੇਂਦਰੀ ਜੇਲ੍ਹ ਲੁਧਿਆਣਾ ਤੋਂ। ਹਰਜਿੰਦਰ ਸਿੰਘ ਕਾਲੀ ਪੁੱਤਰ ਅਜਮੇਰ ਸਿੰਘ ਮੈਕਸੀਮਮ ਸਿਕਿਉਰਿਟੀ ਜੇਲ੍ਹ ਨਾਭਾ। ਵਰਿਆਮ ਸਿੰਘ ਉਰਫ ਜਸਵੀਰ ਸਿੰਘ ਪੁੱਤਰ ਥਮਨ ਸਿੰਘ ਕੇਂਦਰੀ ਜੇਲ੍ਹ ਪਟਿਆਲਾ ਤੋਂ। ਇਹ ਕਾਂਗਰਸ ਦੇ ਰਾਜ 'ਚ ਹੋਇਆ। ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਜਾਂ ਜਿਹੜੇ ਫਖਰੇ ਕੌਮ ਬੈਠੇ ਆ ਉਹਨਾਂ ਦੇ ਟਾਈਮ ਤੋਂ ਨਹੀਂ, ਕਿਉਂਕਿ ਇਹ ਇਸ ਕਰਕੇ ਮੈਂ ਇਹਦੀ ਇੱਕ ਚੀਜ਼ ਮੈਂ ਦੱਸ ਦੇਣੀ ਚਾਹੁੰਦਾ ਕਿ ਇਹਦੀ ਮੈਂ ਪਬਲਿਸਿਟੀ ਨਹੀਂ ਕੀਤੀ, ਮਾਰਕੀਟਿੰਗ ਨਹੀਂ ਕੀਤੀ। ਮਾਰਕੀਟਿੰਗ ਜਿਹੜੀ ਸੀ, ਪੋਲੀਟੀਕਲ ਬੰਦਿਆਂ ਨੂੰ ਮਾਰਕੀਟਿੰਗ ਕਰਨੀ ਚਾਹੀਦੀ ਹੈ, ਤੇ ਉਹ ਮੈਂ ਮਾਰਕੀਟਿੰਗ ਮਤਲਬ 6 ਬੰਦੇ ਰਿਹਾ ਕਰਵਾਏ। ਹਾਂ, ਮਾਰਕੀਟਿੰਗ ਮੈਂ ਨਹੀਂ ਕੀਤੀ। ਤੇ ਬਾਕੀ ਸਾਡੇ ਸੀਗੇ ਜਿਹੜੇ ਉੱਥੇ ਰਾਜਸਥਾਨ 'ਚ, ਮੈਨੂੰ ਹੁਣ ਪੱਪ ਨਾਮ ਆ, ਮੈਨੂੰ ਇਹ ਪੁੱਛਣਾ ਚਾਹੀਦਾ ਪੂਰਾ ਨਾਂ ਕੀ ਆ,
ਉਹਦਾ ਬੜੀ ਦੇਰ ਤੋਂ ਉਹਨੂੰ ਪਰੋਲ ਹੀ ਨਹੀਂ ਮਿਲੀ, 35 ਸਾਲ ਹੋ ਗਏ ਜੇਲ੍ਹ 'ਚ। ਉਹਦੀ ਮੈਂ ਕੋਸ਼ਿਸ਼ ਕਰਕੇ ਕੋਵਿਡ ਤੋਂ ਪਹਿਲਾਂ ਉਹਦੀ ਮੈਂ ਪਰੋਲ ਵੀ ਕਰਵਾਈ ਹੈ, ਔਰ ਕੋਵਿਡ ਦੇ ਟਾਈਮ 'ਚ ਫਿਰ ਉਹ ਬਾਹਰ ਵੀ ਰਿਹਾ। ਕਰਨਾਟਕਾ 'ਚ ਆ, ਯੂਪੀ 'ਚ ਨੇ। ਇਹ ਸਾਰਿਆਂ ਨੂੰ ਕੈਪਟਨ ਅਮਰਿੰਦਰ ਸਿੰਘ ਉਹਨਾਂ ਕੋਲੋਂ ਮੈਂ ਚਿੱਠੀ ਉੱਥੋਂ ਦੇ ਮੁੱਖ ਮੰਤਰੀਆਂ ਨੂੰ ਲਿਖਵਾ ਕੇ ਭੇਜੀ ਕਿ ਇਹਨਾਂ ਦੇ TADA ਦਾ ਜਿਹੜਾ ਕੇਸ ਹੈ ਟਾਟਾ ਦੇ, ਇਹਨਾਂ ਨੂੰ ਖਤਮ ਕਰਕੇ, ਕਿਉਂਕਿ ਇਹ ਕਾਨੂੰਨਨ ਤੌਰ ਦੇ ਉੱਤੇ ਰਿਹਾ ਹੋਣੇ ਚਾਹੀਦੇ ਨੇ। ਅਤੇ ਉਹਦੇ ਕੀਤਾ। ਦੂਸਰੀ ਚੀਜ਼ ਜਿਹੜੀ ਆ, ਤੁਸੀਂ ਜਿਹੜੀ ਕਹਿੰਦੇ ਰਾਮ ਰਹੀਮ ਦੀ, ਉਹਦੇ ਮੈਂ ਦੱਸ ਦੇਣਾ ਚਾਹੁੰਦਾ, ਮੈਨੂੰ 3 ਮਹੀਨੇ ਮਿਲੇ। ਮੈਨੂੰ ਕਿੰਨਾ ਕੁ ਕੀ ਕਹਿੰਦੇ ਹੁੰਦੇ ਆ, ਗੰਜਾ ਨਹਾਏਗਾ ਕੀ, ਤੈਨੂੰ ਛੋੜੇਗਾ ਕੀ। ਉਹ 3 ਮਹੀਨਿਆਂ ਦੇ ਵਿੱਚ ਮੈਂ ਇਹ ਸਭ ਤੋਂ ਪਹਿਲਾਂ ਇਹਦਾ ਕੀਤਾ ਆਪਣੀ ਉਹਦੀ ਜਿਹੜੀ ਹੈਂਡ ਰਾਈਟਿੰਗ ਸੀਗੀ, ਕਿ ਉੱਥੇ ਜਿਹੜਾ ਲੱਗਾ ਸੀ ਜਵਾਹਰ ਸਿੰਘ ਵਾਲਾ ਅਤੇ ਮਲਕੇ ਪਿੰਡ ਦੇ ਵਿੱਚ ਇਸ਼ਤਿਹਾਰ ਲੱਗੇ ਸੀ ਕਿ ਅਸੀਂ ਤੁਹਾਡਾ ਗੁਰੂ ਚੋਰੀ ਕਰ ਲਿਆ, ਲੱਭ ਲਓ। ਇਹਨਾਂ ਨੇ ਕਿਸੇ ਨੇ ਨਹੀਂ ਕੀਤਾ। ਆ ਜਿਹੜੇ ਫਖਰੇ ਕੌਮ ਨੇ, ਇਹਨਾਂ ਇੱਕ ਦਿਨ ਵੀ ਉਹਦੀ ਹੈਂਡ ਰਾਈਟਿੰਗ ਐਕਸਪਰਟ ਨੂੰ, ਫੋਰੈਂਸਿਕ ਵਾਲਿਆਂ ਨੂੰ ਨਹੀਂ ਭੇਜਿਆ ਕਿ ਪਿੰਡ ਦੇ ਵਿੱਚ ਵੇਖੋ ਕਿੰਨੇ ਲਾ ਲਿਆ। ਜੇ ਇੱਕ ਮਹੀਨਾ ਉਹ ਪਿੰਡ 'ਚ ਇਸ਼ਤਿਹਾਰ ਲੱਗੇ ਰਹੇ, ਅਤੇ ਜੇ ਉਸੇ ਦੋਵਾਂ ਪਿੰਡਾਂ ਦੇ ਟੋਟਲ ਲੋਕਾਂ ਦੀ ਹੈਂਡ ਰਾਈਟਿੰਗ ਲੈ ਲੈਂਦੇ, ਤਾਂ ਮੇਰਾ ਖਿਆਲ ਗੁਰੂ ਸਾਹਿਬ ਦੀ ਬੇਅਦਬੀ ਹੋਣੀ ਵੀ ਨਹੀਂ ਸੀ, ਉਹ ਪਤਾ ਲੱਗ ਜਾਣਾ ਸੀ। ਆ ਮੈਂ ਉਹਦੀ ਕਰਵਾਈ ਕਿ ਇਹਦਾ ਹੈਂਡ ਰਾਈਟਿੰਗ। ਉਦੋਂ ਤਾਂ ਫਿਰ ਬੰਦੇ ਹੀ ਥੋੜ੍ਹੇ ਸੀ। ਮੈਂ ਯਾਰ 9 ਫੜੇ ਨੇ, ਉਹ ਵੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਟਾਈਮ 'ਚ ਹੀ ਫੜੇ ਗਏ ਜਿਹੜੇ 9 ਫੜੇ ਸੀ। ਮੈਂ ਇਹਨਾਂ 9 ਦੀ ਹੈਂਡ ਰਾਈਟਿੰਗ ਲਾ ਲਓ। ਉਹਨਾਂ 9 ਦੇ ਵਿੱਚੋਂ ਇੱਕ ਬੰਦਾ ਸੁਖਜਿੰਦਰ ਏਲੀਅਸ ਸਨੀ, ਉਹਦੀ ਜਿਹੜੀ ਹੈਂਡ ਰਾਈਟਿੰਗ ਜਿਹੜੀ ਮੈਚ ਕਰ ਗਈ। ਅਤੇ ਜੇ ਅਸੀਂ ਮੈਚ ਕਰ ਸਕਦੇ ਹਾਂ, ਉਹ ਵੀ ਇੰਨੀ ਦੇਰ ਬਾਅਦ, ਅਤੇ ਇਹਦੀ ਰਿਪੋਰਟ ਫਿਰ ਆਈ ਜਦੋਂ ਮੈਂ ਭੇਜਿਆ 1/10/2021 ਨੂੰ। ਇਹ ਵੀ ਮੇਰੇ ਟਾਈਮ 'ਚ। ਉਹਦੇ ਬਾਅਦ ਉਹ ਇੱਕ ਜਿਹੜਾ ਪ੍ਰਦੀਪ ਹੈਗਾ ਸੀ, ਕੋਈ ਪ੍ਰਦੀਪ ਹੀ ਉਹਦਾ ਨਾਂ ਸੀ, ਉਹਦੇ 164 ਦੇ ਬਿਆਨ ਲਏ। ਉਹਨੇ ਦੱਸਿਆ ਕਿ ਜਿਹੜੀ ਇਹ ਬੇਅਦਬੀ ਹੋਈ ਆ, ਇਹਦੇ 'ਚ ਇੰਨੇ ਆਹ ਬੰਦੇ ਬੈਠੇ ਸੀ। ਉਹਦੇ 'ਚ ਕਿਹਾ ਗਿਆ ਕਿ ਮਾਂਝੀ ਨੇ ਇਹ ਸਾਡੇ ਬਾਬਾ ਜੀ ਦੀ ਉਹਨੇ ਜੋ ਵਰਡ ਲਿਖਿਆ ਕਿ ਉਹਨਾਂ ਦੀ ਬੇਇੱਜ਼ਤੀ ਕਰੀ, ਲੋਕਟ ਲਾ ਕੇ ਪੈਰਾਂ 'ਚ ਉਹਨਾਂ ਨੂੰ ਸੁੱਟੇ ਮਾਂਝੀ ਦੇ ਟਾਈਮ 'ਤੇ। ਕਹਿੰਦੇ ਉਹਦਾ ਬਦਲਾ ਲੈਣ ਲਈ ਇਹ ਅਸੀਂ ਕੀਤਾ। ਅਤੇ ਉਹਦੇ ਬਾਅਦ ਫਿਰ ਇਹ ਪ੍ਰੋਡਕਸ਼ਨ ਵਾਰੰਟ ਜਿਹੜੇ ਆ 25/10/2021 ਨੂੰ ਕਿ 18 ਅਕਤੂਬਰ ਨੂੰ ਪ੍ਰਦੀਪ 164 ਦੇ ਬਿਆਨ ਦਿੰਦਾ। ਉਹਦੇ ਬਾਅਦ ਨਾਲ ਦੀ ਨਾਲ ਹੀ ਉੱਥੇ ਮੂਵ ਕੀਤਾ, ਅਤੇ 28/10/21 ਨੂੰ ਸਾਨੂੰ ਪ੍ਰੋਡਕਸ਼ਨ ਵਾਰੰਟ ਮਿਲ ਗਏ। ਉਹਦੇ ਬਾਅਦ ਉਹ ਹਾਈ ਕੋਰਟ ਚਲਾ ਗਿਆ। ਹਾਈ ਕੋਰਟ 'ਚ ਅਸੀਂ ਕੇਸ ਲੜਿਆ। ਉਹਨਾਂ ਆਖਿਆ ਕਿ ਪੰਜਾਬ 'ਚ ਲਾਅ ਐਂਡ ਆਰਡਰ। ਇਹ ਤੁਹਾਡੇ ਬਤੌਰੇ ਸਿੱਖ ਤੁਹਾਡੀ ਜ਼ਿੰਮੇਵਾਰੀ ਬਣਦੀ ਸੀ, ਤੁਸੀਂ ਜੇ ਇਹ ਅਹੁਦਾ ਮਿਲਿਆ ਤਾਂ ਉਹਨੂੰ। ਮੈਂ ਤੁਹਾਨੂੰ ਇਹ ਦੱਸਣ ਦਿਆ ਕਿ ਆ ਜਿਹੜੇ ਅਖੌਤੀ ਸਿੱਖ ਨੇ ਜਿਹੜੇ ਉੱਥੇ ਬੈਠੇ ਆ, ਮੇਰੇ ਨਾਲ ਗਲਤੀ ਕਰਨ ਕਿ ਸਾਨੂੰ ਸਿੱਖ ਹੀ ਨਹੀਂ ਮੰਨਦੇ। ਤੁਹਾਡਾ ਕੀ ਕਸੂਰ ਆ ਕਿ ਤੁਸੀਂ ਸਿੱਖੀ ਦੀ, ਤੁਹਾਡਾ ਅਖਬਾਰ ਲਿਖਦਾ ਸੀ ਸਪੋਕਸਮੈਨ, ਅਤੇ ਕੱਢ ਕੇ ਮਾਰੇ ਬਾਹਰ। ਇਹਦਾ ਮਤਲਬ ਜਿਹੜਾ ਸਿੱਖਾਂ ਦੇ ਵਿੱਚ ਜਿਹੜੀ ਸਹਿਣ ਸ਼ਕਤੀ ਦੀ ਹੈਗੀ ਕਿ ਅਸੀਂ ਆਪਣਾ ਕ੍ਰਿਟਿਸਿਜ਼ਮ ਸੁਣੀਏ, ਅਤੇ ਉਹ ਕਿੱਦਾਂ ਗਾਂਹ ਚੱਲੇਗਾ ਜੀ। ਤੁਹਾਨੂੰ ਇੱਕ ਸਵਾਲ ਪੁੱਛਾਂਦੀ, ਕੱਲ੍ਹ ਜਦੋਂ ਜਿਹੜਾ ਨਵਾਂ ਮਸਜਿਦ ਦਾ ਸ਼ੋਰ ਪੈ ਰਿਹਾ ਹੈ ਕਿ ਉੱਥੇ ਪੁਰਾਣੀਆਂ ਪੇਂਟਿੰਗਸ ਨੇ ਜਿਹਦੇ ਵਿੱਚ ਲੱਗਦਾ ਹੈ ਕਿ ਇਹ ਸ਼ਾਇਦ ਹਿੰਦੂ ਧਰਮ ਦੀ ਹੈ, ਅੱਜ ਦਰਬਾਰ ਸਾਹਿਬ ਦੇ ਬਾਹਰ ਜਾਈਏ ਨਕਾਸ਼ੀ ਬਦਲੀ ਗਈ ਹੈ। ਉਹਨਾਂ ਵਿੱਚ ਜਿਹੜੀਆਂ ਤਸਵੀਰਾਂ ਲੱਗੀਆਂ ਹੋਈਆਂ ਉਹ ਸਿੱਖ ਧਰਮ ਨਾਲ ਨਹੀਂ ਮੈਚ ਕਰਦੀਆਂ, ਉਹ ਕਿਸੇ ਹੋਰ ਧਰਮ ਨਾਲ ਮੈਚ ਕਰਦੀਆਂ। ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਖਤਰਾ ਸਾਡੇ 'ਤੇ ਵੀ ਆ ਸਕਦਾ ਹੈ? ਦੇਖੋ, ਜਿਹੜੇ ਪਾਸੇ ਜਿਹੜੇ ਫਨੈਟਿਕ ਤਰੀਕੇ ਨਾਲ ਤੁਰ ਪਏ ਨੇ, ਇਹਨਾਂ ਦੇਸ਼ ਦਾ ਤਾਂ ਨੁਕਸਾਨ ਹੋਏਗਾ। ਪਰ ਜੇ ਦਰਬਾਰ ਸਾਹਿਬ ਦੁਆਰਾ ਨਕਾਸੀ ਹੋਈ, ਉਹਦੇ ਵਿੱਚ ਤੁਸੀਂ ਉਹ ਤਸਵੀਰਾਂ ਪਾਤੀਆਂ ਜਿਹਦੇ ਵਿੱਚ ਕੋਈ ਸੰਤ ਬੈਠਾ ਹੋਇਆ ਹੈ, ਉਹਨਾਂ ਨੇ ਬਿਕੋਜ਼ ਉਹ ਪਹਿਲੇ ਨਹੀਂ ਸੀ ਉੱਦਾਂ ਦੀ ਨਕਾਸੀ, ਤਾਂ ਉਹ ਬਦਲੀ ਗਈ ਕਿ ਇੰਨੀ ਵੱਡੀ ਯੋਜਨਾ ਹੋ ਸਕਦੀ। ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਬਦਲੀ ਕਿੰਨੇ ਆ, ਇਹਦੇ ਦੇਖਣਾ ਪਏਗਾ। ਅਸੀਂ ਬੜੀ ਵਾਰੀ ਚੁੱਕ ਚੁੱਕੇ ਹਾਂ। ਸਭ ਤੋਂ ਵੱਡਾ ਨਿਮਰਤ ਸਾਡਾ ਨੁਕਸਾਨ ਹੀ ਹੋ ਗਿਆ ਕਿ ਅਸੀਂ ਆਪਣੀ ਵਿਰਾਸਤਾਂ ਨੂੰ ਢਾਹ ਕੇ ਉਹਦੇ 'ਤੇ ਮਾਰਬਲ ਲਾਉਣਾ ਸ਼ੁਰੂ ਕਰ ਦਿੱਤਾ। ਸਾਡੀ ਕਿੱਥੋਂ ਹੋਂਦ ਕਿੱਥੇ ਰਹਿ ਗਿਆ? ਪੁਰਾਣੀਆਂ ਨਕਾਸੀਆਂ ਜਿਹੜੀਆਂ ਹੋਈਆਂ ਸੀਗੀਆਂ ਉਹਨਾਂ ਦੇ ਉੱਤੇ ਸਾਡੀ ਲਿਖਿਆ, ਸਾਡਾ ਹਿਸਟਰੀ ਲਿਖੀ ਸੀ, ਉਹਨਾਂ ਕੰਧਾਂ ਦੇ ਵਿੱਚ ਸਾਡੇ ਗੁਰੂਆਂ ਦੀ ਰੂਹ ਸੀ। ਨਾਡਾ ਸਾਹਿਬ ਜਾਇਦਾ ਸੀਗਾ, ਕਿੰਨਾ ਉਹ ਸਕੂਨ ਮਿਲਦਾ ਸੀ। ਹੁਣ ਉੱਥੇ ਜਾਣ ਦਾ ਦਿਲ ਨਹੀਂ ਕਰਦਾ। ਚਮਕੌਰ ਸਾਹਿਬ ਚਲੋ ਗਏ, ਚਮਕੌਰ ਦੀ ਗੜੀ ਉੱਥੇ ਕੀ ਕਰਦਾ? ਮੇਰਾ ਡੇਰਾ ਬਾਬਾ ਨਾਨਕ ਦਾ ਗੁਰਦੁਆਰਾ, ਗੁਰੂ ਸਾਹਿਬ ਦਾ ਖੂਹ ਅੰਦਰ ਸੀਗਾ ਬਾਬੇ ਜਿੱਤੇ ਰੰਧਾਵੇ ਦਾ, ਤੇ ਉਹਨੂੰ ਢਾਹ ਕੇ ਏਡਾ ਵੱਡਾ ਬਣਾਉਣਾ, ਬਾਜ਼ਾਰ ਦੇ ਪੁਰਾਣਾ ਰਸਤਾ ਹੀ ਬੰਦ ਕਰ ਦਿੱਤਾ। ਅਜੇ ਨਨਕਾਣਾ ਸਾਹਿਬ ਜਾਓ ਤਾਂ ਪੁਰਾਣਾ ਖੂਹ ਉੱਥੇ ਵੀ ਪਿਆ। ਉਹ ਬਿਲਕੁਲ ਉਹਨਾਂ ਨੇ ਉਵੇਂ ਰੱਖਿਆ। ਮੈਂ ਉਹਦੇ ਤੁਹਾਨੂੰ ਬੜੀ ਹਿਸਟੋਰੀਕਲ ਗੱਲ ਸੁਣਾਉਣਾ। ਮੈਂ ਉੱਥੇ ਗਿਆ ਨਨਕਾਣਾ ਸਾਹਿਬ 2004 ਜਾਂ 2005 'ਚ ਗਏ, ਅਤੇ ਉਦੋਂ ਸਰਨਾ ਸਾਹਿਬ ਸੋਨੇ ਦੀ ਪਾਲਕੀ ਲੈ ਗਏ ਅਤੇ ਕੈਪਟਨ ਸਾਹਿਬ ਵੀ ਗਏ। ਉੱਥੇ ਜਦੋਂ ਖੜੇ ਹੋਏ
ਉੱਥੇ ਉਹਨਾਂ ਨੇ ਨਨਕਾਣਾ ਸਾਹਿਬ ਜਿਹੜੀ ਅੰਦਰ ਪਾਲਕੀ ਸੀ ਉਹਨੂੰ ਤੋੜ ਕੇ ਤੇ ਉੱਥੇ ਸੋਨੇ ਦੀ ਲਾਉਣੀ ਸੀ। ਉੱਥੇ ਕਿਹੜੇ ਤੇ ਮੈਂ ਕਿਹਾ ਜੀ ਆ 6 ਸਿੱਖ ਮੇਰੇ ਪਿੰਡ ਦੇ ਨੇ, ਤਾਰੋਵਾਲੀ ਦੇ। ਪਹਿਲੇ ਸਰਦਾਰ ਲਛਮਣ ਸਿੰਘ ਜਿਹੜਾ 1 ਨੰਬਰ ਤੇ ਜਥੇਦਾਰ ਸੀਗੇ, ਤੇ ਨਾਲ ਸਾਡੇ ਖੜੇ ਸੀ ਉਸ ਟਾਈਮ, ਮੈਨੂੰ ਅੱਜ ਤੱਕ ਯਾਦ ਆ, ਜ਼ੁਲਫਕਾਰ ਅਲੀ ਮੇਜਰ ਜਨਰਲ ਸੀਗੇ, ਉਹ ਅਕਾਫ ਬੋਰਡ ਦੇ ਚੇਅਰਮੈਨ ਸੀਗੇ। ਤੇ ਮੈਨੂੰ ਕਹਿੰਦੇ सरदार साहब आज आप अपने जो पुरखे हैं आपके उनका नामो निशान मिटाने आए हैं, वो जो अंदर है पालकी उसमें गोलियां लगी हैं और वही गोली आपके बुजुर्ग को लगी है। तो कैप्टन साहब ने उस टाइम क्या कहते बिल्कुल उत्थे पालकी नहीं रोनी, बाहर रख दो। और जाके देखे 4-5 गोलियां उस पालकी दे विच सी। ते जे असीं भी कार सेवा वांगू करदे असीं ढा के मारनी सी पालकी बाहर, तो असीं अपने बजुर्ग का उत्थे जिहड़ी जिन्हें अंदर ताबिया ते बैठ के गोलियां खाधियां, तो वो सब कुछ आ बड़ा वड्डा, ये भी बड़ी चिंता की लोड़ आ, चिंता करने की लोड़ है कि आपां गुरुद्वारे अपने ढा के अपना इतिहास खत्म कर रहे हैं। हाँ तुसीं इत्थे चले जाओ सरहंद, तो जो छोटे होंदे सानूं सीगा वो नुकसान तो होएगा। वापस आंदे ज्ञानी जी जी जो उन्होंने किया है कि भी पंजाब में नशा फैल रहा है, इस करके अपना सानू संभालना पेगा। कि मैं तुहानू फिर वापस उत्ते आती एज ए तुसीं 3 महीने भावें रहे गृह मंत्री, तुसीं जेल मंत्री रहे हो, कि पंजाब के अंदरूनी हालात इन्ने माड़े हैं एक्चुअली विच? बिल्कुल है ने, इन्ने माड़े ने, बहुत माड़े ने। माड़े इस करके ने कि असीं जिथे सानू सिंसीयरली काम करें, वेखो जिहड़ा नैक्सस आ ਉਹਨੂੰ ਤੋੜਨਾ बहुत ਜ਼ਰੂਰੀ ਹੈ। ਤੁਸੀਂ 2007 ਤੋਂ ਪਹਿਲਾਂ ਚਲੇ ਜਾਓ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਰਹੇ ਨੇ, ਕਦੀ ਮਾਫੀਆ ਦਾ ਨਾਂ ਨਹੀਂ ਸੀ ਸੁਣਿਆ। ਤੇ 2007 ਤੋਂ ਬਾਅਦ ਜਦੋਂ ਦੁਬਾਰਾ 2012 'ਚ ਸਰਕਾਰ ਬਣੀ ਆ, ਚਿੱਟਾ ਉਦੋਂ ਆਇਆ, ਬਿਲਕੁਲ ਰੇਤਾ ਉਦੋਂ ਆਈ, ਲੈਂਡ ਗ੍ਰੈਬਿੰਗ ਉਦੋਂ ਆਈ, PTC ਜਿਹਨੂੰ ਕਹਿੰਦੇ ਨੇ ਕੇਬਲ ਮਾਫੀਆ ਉਦੋਂ ਆਇਆ। ਮਾਫੀਆ ਨੇ ਪੰਜਾਬ ਦਾ ਬਹੁਤ ਐਡਾ ਸਟਰੋਂਗ ਹੋ ਗਿਆ। ਉਹਦੇ 'ਚ 3 ਬੰਦੇ ਰਲ ਕੇ, ਪੋਲੀਟੀਕਲ, ਪੁਲਿਸ ਐਂਡ ਜਿਹੜੇ ਨੇ ਕੰਮ ਕਰਦੇ ਮਾਫੀਆ ਵਾਲੇ, ਇਹ ਤਿੰਨਾਂ ਦਾ ਇੱਕ ਨੈਕਸਸ ਬਣ ਗਿਆ ਜਿਹੜਾ ਤੋੜਨਾ ਬਹੁਤ ਔਖਾ, ਜਿਹਨੂੰ ਬਹੁਤ ਵਿਲ ਪਾਵਰ ਚਾਹੀਦੀ ਆ। ਤੇ ਉਹ ਬੰਦਾ ਸੋਚ ਲੇ ਕਿ ਮੈਂ ਦੁਬਾਰਾ ਪਾਵਰ 'ਚ ਨਹੀਂ ਆਉਣਾ, ਪਰ ਇਹਨੂੰ ਖਤਮ ਕਰੂੰਗਾ। ਉਹ ਜਿਹੜਾ ਖਤਮ ਕਰੇਗਾ ਉਹ ਵੀ ਖਤਮ ਹੋ ਜਾਏਗਾ। ਪਰ ਇੱਕ ਜ਼ਰੂਰ ਹੈ ਕਿ ਪੰਜਾਬ ਸੌਖਾ ਜ਼ਰੂਰ ਉਹਦੇ 'ਚ ਸਾਹ ਸੌਖਾ ਲੈਣ ਲੱਗ ਪਏਗਾ। ਜਿਹੜੀ ਇਹਨਾਂ ਜਥੇਦਾਰ ਸਾਹਿਬ ਨੇ ਕਿਹਾ ਕਿ ਪੰਜਾਬ 'ਚ ਨਸ਼ੇ ਦੀ, ਮੈਂ ਇਹਦੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜ਼ਿਆਦਾ ਮੰਨਦਾ ਦੋਸ਼ੀ। ਜਿਹੜੀ ਆਪਾਂ ਜਥੇਦਾਰ ਸਾਹਿਬ ਕਹਿੰਦੇ ਨੇ, ਇਹਦੇ 'ਚ ਬੜਾ ਕੁਛ ਦੇਖਣ ਵਾਲਾ। ਕਿ ਕਹਿੰਦੇ ਨੇ ਕਿ ਜੀ ਮਾਫੀਆ ਕਿਵੇਂ। ਮੈਂ ਜਥੇਦਾਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕਦੀ ਪਿੰਡ ਕਿਸੇ 'ਚ ਗਏ ਹੋ, ਕਿਸੇ ਸਿੱਖ ਬੱਚੇ ਨੂੰ ਬੁਲਾ ਕੇ ਤੁਸੀਂ ਕਦੀ ਪੁੱਛਿਆ ਕਿ ਬੇਟਾ ਤੂੰ ਨਸ਼ਾ ਕਿਉਂ ਕਰਦਾ? ਤੁਹਾਡੇ ਅਸੀਂ ਪੈਰੀਂ ਹੱਥ ਲਾਉਂਦੇ ਹਾਂ, ਤੁਸੀਂ ਉਮਰ 'ਚ ਭਾਵੇਂ ਛੋਟੇ ਹੋ। ਮੈਂ ਜਦੋਂ ਜਥੇਦਾਰ ਸਾਹਿਬ ਨੂੰ ਮਿਲਦਾ ਰਿਹਾ, ਮੈਂ ਇਹਨਾਂ ਦੇ ਪੈਰੀਂ ਹੱਥ ਲਾਉਂਦਾ, ਕਿਉਂਕਿ ਮੇਰੇ ਉਸ ਤਖਤ ਦੇ ਮਾਲਕ ਨੇ ਜਿੱਥੇ ਸਾਰਿਆਂ ਨੂੰ ਅੱਗੇ ਸਾਡਾ ਸਿਰ ਝੁਕਦਾ। ਅਤੇ ਮੈਂ ਕਿਹਾ ਜੀ ਕਦੀ ਉਸ ਬੱਚੇ ਦੇ ਉੱਤੇ ਜੇ ਕਿਤੇ ਜਥੇਦਾਰ ਸਾਹਿਬ ਹੱਥ ਰੱਖ ਦੇਣ ਤਾਂ ਉਹ ਬੱਚਾ ਨਸ਼ਾ ਛੱਡ ਜੂ, ਦੁਬਾਰਾ ਨਸ਼ਾ ਨਹੀਂ ਕਰੂਗਾ। ਪਰ ਡਰਦੇ ਨਹੀਂ, ਇਹਨਾਂ ਦੇ ਆਕਾ ਜਿਹੜੇ ਨੇ ਉਹ ਆਪ ਕਰਦੇ ਸੀ ਸਭ ਕੁਛ। ਦੂਸਰੀ ਚੀਜ਼ ਜਿਹੜੀ ਇਹਨਾਂ ਨੇ ਗੱਲ ਕਹੀ ਆ ਕਿ ਹਥਿਆਰ ਜਿਹੜੇ ਖਰੀਦੋ, ਮੈਂ ਪੁੱਛਣਾ ਚਾਹੁੰਦਾ ਕਿ ਸੁਖਬੀਰ ਸਿੰਘ ਬਾਦਲ ਤੇ ਆਪਣੇ ਬੱਚੇ ਪੜ੍ਹਾ ਰਿਹਾ ਬਾਹਰ, ਤੇ ਇੱਥੇ ਕਿਉਂ ਨਹੀਂ ਉਹਨਾਂ ਨੂੰ ਵੀ ਕਹੋ ਕਿ ਵੈਪਨ ਖਰੀਦਣ। ਜਦੋਂ ਅੱਤਵਾਦ ਆਇਆ ਸੀ, ਸੁਖਬੀਰ ਸਿੰਘ ਬਾਦਲ ਤੇ ਮਨਪ੍ਰੀਤ ਬਾਦਲ ਦੋਵੇਂ ਬਾਹਰ ਦੌੜ ਗਏ, ਉਦੋਂ ਮਰਵਾ ਦਿੱਤੇ ਇਨੋਸੈਂਟ। ਇਹ ਕਿਉਂ ਹੋ ਰਿਹਾ? ਤੇ ਜਿਹੜੇ ਉੱਥੇ 11 ਮੈਂਬਰੀ ਕਮੇਟੀ ਬੈਠੀ ਆ, ਉਹਨਾਂ ਨੂੰ ਵੀ ਨਹੀਂ ਪਤਾ ਲੱਗਦਾ ਕਿ ਅਸੀਂ ਦਿੱਲੀ ਬੈਠੇ ਹਾਂ, ਕੋਈ ਕਾਨਪੁਰ ਬੈਠਾ, ਕੋਈ ਮਹਾਰਾਸ਼ਟਰ 'ਚ ਬੈਠਾ। ਅਸੀਂ 16 ਕਰੋੜ ਤੋਂ ਜਿਹੜੇ ਬਾਬੇ ਨਾਨਕ ਤੋਂ ਅਸੀਂ ਥੋੜ੍ਹੀ ਜਿਹੀ ਇੱਕ ਮੁੱਠੀ ਭਰ ਹੋ ਗਏ ਹਾਂ। ਇਹ 16 ਕਰੋੜ ਦੇ 32 ਕਰੋੜ ਬਣਨੇ ਚਾਹੀਦੇ ਸੀ। ਸੋਚਣ ਵਾਲੀ ਤਾਂ ਇਹ ਗੱਲਾਂ ਨੇ। ਅਤੇ ਉੱਥੇ ਚੁੱਕ ਕੇ ਜਥੇਦਾਰ ਸਾਹਿਬ ਤੁਸੀਂ ਕਹਿੰਦੇ ਹੋ ਬੰਦੂਕਾਂ ਚੁੱਕ ਲਓ, ਇੱਕ ਪਾਸੇ ਤੇ ਉਹ ਤੁਰੇ ਫਿਰਦੇ ਨੇ ਕਿ ਜੀ ਅਸੀਂ ਹਿੰਦੂ ਰਾਜ ਬਣਾਉਣਾ, ਅਤੇ ਇਸੇ ਚੀਜ਼ ਦੀ ਆੜ 'ਚ ਆ ਕੇ ਕਿਤੇ ਫਿਰ ਸਿੱਖੀ ਦਾ ਕਾਨ ਨਾ ਕਰਵਾਇਓ, ਸਿੱਖਾਂ ਦਾ ਨੁਕਸਾਨ ਨਾ ਕਰਵਾਇਓ। आई थिंक इस तो बाद हम कुछ कह नहीं सकते। उम्मीद करते हैं कि ज्ञानी हरप्रीत जी साडी गल्लां सुनन ते समझन कि भी असीं जिस पॉइंट तो बोल रहे हैं दुखी ਹਿਰਦੇ ਨਾਲ बोल रहे हैं। पर मैं ਇੱਥੇ ਸ਼ੇਅਰ ਕਰਾਂਗੀ ਕਿ ਜਦ ਮੈਂ ਕੰਮ ਸ਼ੁਰੂ ਕਰ ਦੇਣਾ ਕਿ ਜਥੇਦਾਰ ਸਾਹਿਬ ਨਾਲ ਮੇਰਾ ਬੜਾ ਪਿਆਰ ਆ। ਮੈਂ ਟੈਲੀਫੋਨ ਤੇ ਵੀ ਗੱਲਾਂ ਕਰਦਾ ਰਿਹਾ, ਮੈਂ ਮਿਲਦਾ ਵੀ ਰਿਹਾ, ਗੱਲਾਂ ਵੀ ਹੁੰਦੀਆਂ ਰਹੀਆਂ। ਪਰ ਪਤਾ ਨਹੀਂ ਕਿੱਥੇ ਜਾ ਕੇ
ਜਦੋਂ ਸਾਡੇ 'ਚ ਪੈਂਦੇ ਉਦੋਂ ਹੋਰ ਗੱਲ ਕਰਦੇ ਆ, ਜਿਸ ਵੇਲੇ ਦਰਵਾਜ਼ੇ ਬਾਹਰ ਨਿਕਲਦੇ ਉਹਨਾਂ ਦਾ ਬਿਲਕੁਲ ਰੰਗ ਰੂਪ ਹੀ ਬਦਲ ਜਾਂਦਾ, ਡਰਾਵਣਾ ਹੀ ਬਣ ਜਾਂਦਾ। ਮੈਂ ਇਹਨਾਂ ਨੂੰ ਚਿੱਠੀਆਂ ਲਿਖੀਆਂ, ਮੇਰੇ ਅੱਜ ਤੱਕ ਇੱਕ ਚਿੱਠੀ ਦਾ ਜਵਾਬ ਨਹੀਂ ਦਿੱਤਾ। ਮੇਰੇ ਟੈਲੀਫੋਨ 'ਤੇ ਇਹਨਾਂ ਦੇ ਨਾਲ ਬੜੀ ਵਧੀਆ ਪਿਆਰ ਸਤਿਕਾਰ, ਪਰ ਪਤਾ ਨਹੀਂ ਚਿੱਠੀਆਂ ਤੋਂ ਬਾਅਦ ਕੀ ਗੱਲ ਹੋ ਗਈ। ਅਤੇ ਜਿੱਥੇ ਵੇਖੋ ਹੁਣ ਮੈਂ ਹਾਂ, ਮੇਰਾ ਜੇ ਕੋਈ ਵਰਕਰ ਆਣ ਕੇ ਕਹਿੰਦਾ ਤੂੰ ਗਲਤ ਹੈ, ਮੈਨੂੰ ਵੀ ਦੁੱਖ, ਮੈਨੂੰ ਵੀ ਗੁੱਸਾ ਲੱਗੇਗਾ, ਮੇਰੇ ਅੱਗੇ ਬੋਲ ਕੇ ਚਲਾ ਗਿਆ। ਜਥੇਦਾਰ ਸਾਹਿਬ ਤੁਸੀਂ ਬੜੇ ਵਿਸ਼ਾਲ ਹਿਰਦੇ ਵਾਲੇ ਹੋ, ਜੇ ਸਾਡੇ ਵਰਗੇ ਚਲੋ ਅਸੀਂ ਬਾਦਲਾਂ ਜਿੰਨੇ ਤੇ ਸਿੱਖ ਨਹੀਂ, ਕਿਉਂਕਿ ਉਹ ਤਾਂ ਬਹੁਤ ਮਹਾਨ ਹਸਤੀ ਨੇ, ਫਖਰੇ ਕੌਮ ਨੇ, ਉਹ ਸਰਮਾਇਆ ਨੇ, ਪਰ ਅਸੀਂ ਵੀ ਤਾਂ ਇੱਕ ਛੋਟੇ ਮੋਟੇ ਜਿਹੜੀ ਕੀੜੇ ਮਕੌੜੇ ਸਮਝ ਕੇ ਕਦੀ ਗੱਲ ਸੁਣ ਲਿਆ ਕਰੋ ਤੇ ਸਿੱਖੀ ਬਚਾਉਣ ਵਾਲੇ ਪਾਸੇ ਚੱਲੀਏ ਔਰ ਇਹ ਗੁਰਦੁਆਰੇ ਨੂੰ ਆਜ਼ਾਦ ਆਈ ਥਿੰਕ ਉਚਾਈ ਤੇ ਜਾ ਕੇ ਤੁਸੀਂ ਜ਼ਮੀਨੀ ਹਕੀਕਤ ਤੋਂ ਵੀ ਦੂਰ ਹੋ ਜਾਂਦੇ ਹੋ। ਬਿਕੋਜ਼ ਮੈਂ ਜਦ ਕੰਮ ਸ਼ੁਰੂ ਕੀਤਾ, ਮੈਂ ਸੋਸ਼ਲ ਵਰਕਰ ਸਾਈਕੋਲੋਜਿਸਟ ਕੰਮ ਕੀਤਾ, ਅਤੇ ਉਦੋਂ ਮੈਂ ਨਿਸ਼ਕਾਮ ਜੋਤੀ ਸਰੂਪ ਕੰਨਿਆ ਆਸਰਾ ਵਿੱਚ ਕੰਮ ਕੀਤਾ। ਅਤੇ ਉਦੋਂ ਜਿਹੜੇ ਸਾਰੇ ਹੁਣ ਅੱਤਵਾਦ ਦੇ ਦੌਰ ਤੋਂ ਅਸੀਂ ਉਹਨਾਂ ਨੂੰ ਖਾੜਕੂ ਕਹਿ ਲਓ, ਤੁਸੀਂ ਉਹਨਾਂ ਨੂੰ ਸਿੱਖ ਰਾਈਟ ਐਕਟਿਵਿਸਟ ਕਹਿ ਲਓ, ਜੋ ਤੁਹਾਡਾ ਉਹ ਹੈ, ਬਟ ਉਹ ਜਿਨ੍ਹਾਂ ਦੀ ਮੌਤ ਹੋ ਗਈ, ਜਿਹੜੇ ਬੱਚੇ ਅਨਾਥ ਹੋ ਗਏ ਸੀ, ਉਹਨਾਂ ਵਾਸਤੇ ਆਸ਼ਰਮ ਸੀ। ਮੈਂ ਉੱਥੇ ਜਾ ਕੇ ਮਤਲਬ ਇੱਦਾਂ ਮਹਿਸੂਸ ਹੋਇਆ। ਉਸ ਤੋਂ ਬਾਅਦ ਮੇਰਾ ਕਿੰਨੇ ਸਾਲ ਧਰਮ ਨਾਲ, ਅੱਜ ਵੀ ਮੈਨੂੰ ਲੱਗਦਾ ਮੈਂ ਧਰਮ ਨਾਲ ਉਨੀ ਜੁੜੀ ਨਹੀਂ ਰਹਿ ਸਕੀ, ਬਿਕੋਜ਼ ਮੈਨੂੰ ਲੱਗਿਆ ਕਿ ਜਿਨ੍ਹਾਂ ਨੇ ਇੱਕ ਧਰਮ ਦੇ ਪਿੱਛੇ, ਇੱਕ ਪੰਜਾਬ ਪਿੱਛੇ ਆਪਣੀ ਜਾਨ ਦੇ ਦਿੱਤੀ, ਉਹਨਾਂ ਦੇ ਬੱਚਿਆਂ ਨੂੰ ਕੋਈ ਪੁੱਛਣ ਨਹੀਂ ਆਉਂਦਾ ਸੀਗਾ। ਇੱਕ ਕਮਰਾ, 16 ਬੱਚੇ, ਇੱਕ ਕੰਘੀ, ਇੱਕ ਟੁੱਥਬ੍ਰਸ਼ ਅਤੇ ਇੱਕ ਕੇਅਰਟੇਕਰ ਅਤੇ 2 ਰਜਾਈਆਂ। ਤੁਸੀਂ ਸੋਚੋ ਕਿੱਦਾਂ ਉਹ ਬੱਚੇ ਜਿੰਦੇ ਸੀਗੇ। ਮੈਂ ਸਟਾਰਟਿੰਗ 'ਚ ਹੀ ਇਹ ਗੱਲ ਜਿਹੜੀ ਕੀਤੀ ਸੀ ਕਿ ਧਰਮੀ ਫੌਜੀ ਜਾਂ ਜਿਹੜੇ ਖਾੜਕੂ ਸੀ ਉਹਨਾਂ ਦੇ ਪਰਿਵਾਰਾਂ ਦਾ ਕੀ ਹਾਲ ਹੈ। ਅੱਜ ਮੇਰੇ ਖਿਆਲ ਇੱਕ ਉਹ ਗੁਰਪ੍ਰੀਤ ਕਿ ਹਰਪ੍ਰੀਤ ਨੇ ਚਲਾਇਆ, ਜਿਹੜੇ ਅਨਾਥ ਨੇ ਜਾਂ ਜਿਹਨਾਂ ਨੂੰ ਕੋਈ ਸਾਂਭਦਾ ਨਹੀਂ, ਤੁਸੀਂ ਵੇਖਦੇ ਹੋ ਮਨੁੱਖਤਾ ਸੇਵਾ ਵੱਲੋਂ, ਮਨੁੱਖਤਾ ਦੀ ਸੇਵਾ, ਮਨੁੱਖਤਾ ਦੀ ਸੇਵਾ। ਮੈਂ ਅੱਜ ਉਹਨੂੰ ਟੈਲੀਫੋਨ ਕੀਤਾ, ਕੱਲ੍ਹ ਇੱਕ ਉਹਦੇ 'ਤੇ ਆ ਰਹੀ ਸੀ, ਮੈਂ ਉਹਨੂੰ ਫੋਲੋ ਕਰਦਾ, ਮੈਂ ਉਹਨੂੰ ਕੀਤਾ, ਮੈਂ ਕਿਹਾ ਜੀ ਮੈਂ ਤੁਹਾਨੂੰ ਸਿਰਫ ਵਧਾਈ ਦੇਣ ਦੀ ਅਤੇ ਧੰਨਵਾਦ ਕਰਨ ਲਈ ਕੀਤਾ ਕਿ ਜੋ ਕੰਮ ਅਸੀਂ ਗੌਰਮੈਂਟ 'ਚ ਰਹਿੰਦਿਆਂ ਨਹੀਂ ਕਰ ਸਕੇ, ਜਿਹੜੀਆਂ ਅੱਖਾਂ ਬੰਦ ਰੱਖੀਆਂ, ਤੁਸੀਂ ਭਾਈ ਸਾਹਿਬ ਬਹੁਤ ਵਧੀਆ ਕਰ ਰਹੇ ਹੋ ਅਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਇਹ ਜਿਹੜੀਆਂ ਚੀਜ਼ਾਂ ਸੀਗੀਆਂ, ਆਪਾਂ ਗੁਰੂ ਰਾਮਦਾਸ ਹੌਸਪੀਟਲ 'ਤੇ ਖੋਲ੍ਹ ਦਿੱਤਾ, ਪਰ ਉੱਥੇ ਕਿਹਦਾ ਇਲਾਜ ਤਾਂ ਨਹੀਂ ਮੁਫਤ ਕਰ ਰਹੇ, ਆਪਾਂ ਡਿਸਕਾਊਂਟ ਤਾਂ ਨਹੀਂ ਦੇ ਰਹੇ। ਕਿਉਂ ਨਹੀਂ ਦੇ ਰਹੇ? ਉਹ ਤਾਂ ਗੁਰੂ ਦਾ ਗੁਰਦੁਆਰਾ, ਇਹ ਗੁਰੂ ਦਾ ਹੌਸਪੀਟਲ ਆ। ਉੱਥੇ ਤਾਂ ਕਿਹਾ ਗਿਆ ਗੁਰੂ ਦੀ ਗੋਲਕ, ਗਰੀਬ ਦਾ ਮੂੰਹ, ਅਤੇ ਉੱਥੇ ਤਾਂ ਅਮੀਰਾਂ ਤੋਂ ਵੀ ਵੱਧ ਇਲਾਜ ਮਹਿੰਗਾ। ਅਤੇ ਜਿਹੜੇ ਇਹ ਬੱਚੇ ਨੇ, ਇਹ ਬੱਚਿਆਂ ਨੂੰ SGPC ਨੂੰ ਅਡੋਪਟ ਕਰਨਾ ਚਾਹੀਦਾ ਸੀ। ਇਹਨਾਂ ਦੇ ਇਹ ਲਿਖਿਆ ਜਾਂਦਾ, ਆਪਾਂ ਇਹ ਤਾਂ ਕਹਿੰਦੇ ਹਾਂ ਕਿ ਤੁਹਾਡਾ ਬਾਪ ਕੌਣ ਹੈ, ਕਹਿੰਦੇ ਗੁਰੂ ਗੋਬਿੰਦ ਸਿੰਘ, ਮਾਤਾ ਕੌਣ ਹੈ, ਮਾਤਾ ਸਾਹਿਬ ਕੌਰ। ਅਤੇ ਕੀ ਗੱਲ, ਸ਼੍ਰੋਮਣੀ ਕਮੇਟੀ ਗੁਰੂ ਦੇ ਬੱਚੇ ਰੁਲਦੇ ਫਿਰਦੇ ਨੇ, ਅਤੇ ਜਿਸ ਗੁਰੂ ਨੇ ਸਾਨੂੰ ਸਿੱਖੀ ਬਖਸ਼ੀ ਆ, ਜਿਹਦੇ ਤੁਸੀਂ ਤਖਤ 'ਤੇ ਬੈਠੇ ਹੋ, ਅਤੇ ਫਿਰ ਤਾਂ ਦੋਸ਼ੀ ਉਹ ਨੇ, ਦੋਸ਼ੀ ਉਹ ਨਹੀਂ ਜਿਹੜੇ ਕੌਮ ਲਈ ਲੜਦੇ ਸ਼ਹੀਦ ਹੋ ਗਏ ਨੇ। ਠੀਕ ਹੈ, ਜਾਂ ਉਹ ਉਹਨੂੰ ਕਿਸੇ ਵੀ ਐਂਗਲ 'ਚ ਲੈ ਲਓ, ਉਹਨਾਂ ਨੂੰ ਟੈਰਰਿਸਟ ਕਹਿ ਲਓ, ਜੋ ਮਰਜ਼ੀ ਕਹਿ ਲਓ, ਪਰ ਉਹ ਕੌਮ ਲਈ ਸ਼ਹੀਦ ਹੋ ਗਏ। ਇੱਕ ਸੋਚ ਸੀਗੀ ਉਹਨਾਂ ਦੀ, ਸੋਚ ਸੀਗੀ ਕਿ ਅਸੀਂ ਆਪਣਾ ਸੂਬਾ ਬਣਾਉਣਾ, ਅਸੀਂ ਆਪਣਾ ਰਾਜ ਬਣਾਉਣਾ। ਅਤੇ ਇਹ ਤੇ ਉਦੋਂ ਬਾਦਲ ਸਾਹਿਬ ਹੁਣ ਤੇ ਕਿੱਥੇ ਆਪ ਹੀ ਦੌੜ ਗਏ ਸੀ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ। ਜੇ ਬੰਦੂਕਾਂ ਚੁੱਕੀਆਂ ਗਈਆਂ, ਜਿਹੜੇ ਪਿੱਛੇ ਰਹਿ ਜਾਣਗੇ ਉਹਨਾਂ ਦਾ ਕੌਣ ਵਾਲੀ ਵਾਰਿਸ ਹੋਏਗਾ? ਇਹਨਾਂ ਨੂੰ ਕੀ ਜੀ, ਇਹਨਾਂ ਨੂੰ ਕੋਈ ਗੱਲ ਨਹੀਂ, ਇਹਨਾਂ ਨੂੰ ਤਾਂ ਗਨਮੈਨ ਮਿਲੇ ਨੇ, ਹੋਰ ਸਿਕਿਉਰਿਟੀ ਵੱਧ ਹੋ ਜਾਏਗੀ। ਇਹਦੇ 'ਚ ਬੜਾ ਸਿੱਖ ਜਿਹੜੇ ਹੈਗੇ ਨੇ, ਉਹਨਾਂ ਨੂੰ ਸੋਚਣਾ ਪਏਗਾ ਕਿ ਇਹਦੇ ਮੋਡੋ ਸਪ੍ਰਿੰਗ ਕੀ ਆ। ਨੌਜਵਾਨਾਂ ਨੂੰ ਆਈ ਥਿੰਕ ਅੱਜ ਜਿਹੜਾ ਹਥਿਆਰ ਚਾਹੀਦਾ ਹੈ, ਉਹ ਸਿਰਫ ਕਿਤਾਬਾਂ ਚਾਹੀਦੀਆਂ ਨੇ। ਬਿਕੋਜ਼ ਅਸੀਂ ਟੈਕਸੀ ਡਰਾਈਵਰ ਬਣਾ ਰਹੇ ਹਾਂ, ਅਸੀਂ ਮਜ਼ਦੂਰ ਬਣਾ ਰਹੇ ਹਾਂ ਬਾਕੀ ਅਮੀਰ ਦੇਸ਼ਾਂ ਲਈ। ਅੱਜ ਕੋਈ ਡਾਕਟਰ ਨਹੀਂ ਜਾਂਦਾ ਇੱਥੋਂ। ਕਿੰਨੇ ਪਹਿਲਾਂ ਜਾਂਦੇ ਸੀ ਅਮਰੀਕਾ ਦਾ ਸੀ, ਡਾਕਟਰਾਂ ਦੀਆਂ ਕਾਨਫਰੰਸਾਂ, ਡਾਕਟਰ ਪੰਜਾਬੀ ਦੇ ਡਾਕਟਰ ਹੁੰਦੇ ਸੀਗੇ। ਉੱਥੇ ਜਦੋਂ ਮਰਵਾਹਾ ਸਾਹਿਬ ਨੇ ਜੀ, ਉਹ ਜਦੋਂ ਸ਼ਿਕਾਗੋ 'ਚ ਗਏ ਨੇ, ਅਤੇ ਸਭ ਤੋਂ ਪਹਿਲਾਂ ਸ਼ਿਕਾਗੋ ਗਏ, ਉੱਥੇ ਕੋਈ ਸਿੱਖ ਨਹੀਂ ਸੀ। ਅਤੇ ਉੱਥੇ ਇੱਕ ਚਿੱਟੀ ਪੱਗ ਨਾਲ ਇੱਕ ਡਾਕਟਰ ਗਿਆ ਸੀ, ਅਤੇ ਜਿਹਨੇ ਸਭ ਤੋਂ ਪਹਿਲਾਂ ਸਿੱਖੀ ਦਾ ਨਾਮ ਉੱਥੇ ਜਾ ਕੇ ਕੀਤਾ। ਅਤੇ ਉਹਦੇ ਬਾਅਦ ਡਾਕਟਰ ਪੰਜਾਬੀ ਡਾਕਟਰ ਨੇ ਸਾਰੇ। ਪਰ ਬਦਕਿਸਮਤੀ ਇਹ ਆ ਕਿ ਪੱਗ ਵਾਲਾ ਹੁਣ ਕੋਈ ਵੀ ਨਹੀਂ, ਸਾਰੇ ਪੱਗਾਂ ਹੀ ਲਾ ਕੇ ਕਰੀ ਜਾਂਦੇ। ਜਥੇਦਾਰ ਸਾਹਿਬ ਇਹ ਚੀਜ਼ਾਂ ਦੱਸੋ ਲੋਕਾਂ ਨੂੰ ਕਿ ਪੱਗ ਬੜੀ ਔਖੀ ਮਿਲੀ ਆ, ਬੜੀਆਂ ਕੁਰਬਾਨੀਆਂ ਦਿੱਤੀਆਂ। ਗੁਰੂ ਸਾਹਿਬ ਸਰਸੇ ਨਦੀ 'ਚ
ਕਿੰਨੀ ਠੰਡ ਦੇ ਵਿੱਚ ਬੱਚੇ ਸਾਹਿਬਜ਼ਾਦੇ ਉਹਨਾਂ ਦੇ ਸਾਰਾ ਪਰਿਵਾਰ ਵਿਛੜ ਗਿਆ ਇਸ ਦਸਤਾਰ ਲਈ। ਉਹਦੇ ਲਈ ਆਪਾਂ ਕਰਦੇ ਨਹੀਂ, ਅਸੀਂ ਕਹਿੰਦੇ ਚੁੱਕ ਲਓ ਹਥਿਆਰ। ਤੇ ਸਿੱਖ ਕੌਮ ਨੂੰ ਕਿਸ ਪਾਸੇ ਲੈ ਕੇ ਜਾਣਾ ਚਾਹੁੰਦੇ ਨੇ? ਬਹੁਤ ਘਬਰਾਹਟ ਦੀ ਘੜੀ ਹੈਗੀ ਹੈ ਤੇ ਉਮੀਦ ਕਰਦੇ ਹਾਂ ਕਿ ਸਾਡੇ ਲਫ਼ਜ਼ਾਂ ਨੂੰ ਠੀਕ ਤਰੀਕੇ ਨਾਲ ਸੁਣਿਆ ਜਾਏਗਾ, ਕਿਉਂਕਿ ਸਭ ਨੇ ਆਪਣੇ ਉੱਤੇ ਹੰਡਾਈ ਹੈ, ਸਭ ਨੇ ਦੇਖਿਆ ਉਹਦਾ ਅਸਰ ਕੀ ਹੁੰਦਾ ਹੈ। ਤੁਸੀਂ ਇੱਕ ਸਿਆਸਤ ਵਿੱਚ ਰਹਿ ਕੇ ਦੇਖਿਆ, ਮੈਂ ਸਾਈਕੋਲੋਜਿਸਟ ਪੱਤਰਕਾਰ ਬਣ ਕੇ ਦੇਖਿਆ, ਪਿੰਡ ਪਿੰਡ ਜਾ ਕੇ ਦੇਖਦੇ ਹਾਂ ਕਿਸ ਤਰ੍ਹਾਂ ਨਸ਼ੇ ਨਾਲ ਲੋਕ ਨੌਜਵਾਨ, ਪਰ ਉਹਨਾਂ ਨੂੰ ਇੱਕ ਦਿਸ਼ਾ ਦੀ ਲੋੜ ਹੈ। ਤਾਂ ਦਿਸ਼ਾ ਕਿਤਾਬ ਔਰ ਕਲਮ ਹੋਣੀ ਚਾਹੀਦੀ ਹੈ। ਕਿ ਦੇਖੋ ਜਿਹੜੀ ਦਿਸ਼ਾ ਜਿਹੜੀ ਆਪਾਂ ਜੇ ਗੁਰੂ ਸਾਹਿਬ ਦੇ ਜੋ ਗੁਰੂ ਗ੍ਰੰਥ ਸਾਹਿਬ 'ਚ ਆ ਉਹ ਤੁਹਾਡੀ ਕੋਈ ਸਿੱਖਿਆ ਨਹੀਂ, ਸਾਨੂੰ ਬਹੁਤ ਨਹੀਂ ਕਰਨਾ ਚਾਹੀਦਾ। ਮੈਂ ਜੱਦਾ ਸਾਹਿਬ ਨੂੰ ਕਹਿੰਦਾ ਕਿ ਨੌਵੇਂ ਮਹੱਲੇ ਦੇ ਸ਼ਲੋਕ ਹੀ ਸਾਨੂੰ ਸਮਝਾ ਦਿਓ, ਉਹ ਹੀ ਜਾ ਕੇ ਉਹਦਾ ਹੀ ਸਾਰ ਦੇ ਦਿਓ। ਅਤੇ ਮੇਰੇ ਖਿਆਲ ਕਿ ਮਨੁੱਖਤਾ ਵੇਖੋ ਕਿਸ ਪਾਸੇ ਨੂੰ ਤੁਰ ਪੈਂਦੀ ਹੈ। ਅਤੇ ਅਸੀਂ ਤਾਂ ਵੈਸੇ ਜਿਹੜਾ ਮਨੁੱਖਤਾ ਦਾ ਸਾਗਰ ਸੀਗਾ, ਅਤੇ ਇਹ ਤਾਂ ਸਾਗਰ ਨੂੰ ਹੀ ਆਪਾਂ ਬੰਦ ਕਰੀ ਜਾ ਰਹੇ ਹਾਂ। ਬਹੁਤਾ ਲੰਬਾ ਚੌੜਾ ਨਾ ਕਰ। ਜਪਜੀ ਸਾਹਿਬ ਵੀ ਬੱਚਿਆਂ ਨੂੰ ਸਟਾਰਟ ਕਰਵਾ ਦਿਓ, ਉਹ ਨਹੀਂ ਕਰਾਉਣਾ। ਮੂਲ ਮੰਤਰ ਹੀ ਜਥੇਦਾਰ ਸਾਹਿਬ ਕਰੋ ਕਿ ਉਹਨੇ ਵਿੱਚ ਹੀ ਸਾਰੀ ਸਿੱਖਿਆ ਆਪ ਹੀ ਕਿਸੇ ਪਿੰਡ 'ਚ ਇੱਕ ਮਹੀਨਾ ਰਹਿਣ, ਬਿਨਾਂ ਏਸੀ ਤੋਂ ਸੌਂ ਤੇ ਜਾਣ ਕਿਤੇ, ਇੱਕ ਜਾ ਕੇ ਕਿਸੇ ਦੇ ਘਰ ਦੇ ਵਿੱਚ ਉੱਥੇ ਜਾ ਕੇ ਸਵੇਰੇ ਕਰਨ। ਕ੍ਰਿਸਚਨ ਇੰਨਾ ਕੁਝ ਕਰ ਰਹੇ ਆ ਪਿੰਡਾਂ ਦੇ ਵਿੱਚ, ਉਹ ਆਪਣੇ ਉਹਨਾਂ ਦੇ ਪਾਸਟਰ ਬੈਠੇ ਨੇ, ਤੇ ਕੀ ਗੱਲ ਸਾਡੇ ਪ੍ਰਚਾਰਕ ਨਹੀਂ ਬਹਿ ਸਕਦੇ ਪਿੰਡਾਂ 'ਚ? ਬਹੁਤ ਸੋਚ ਵਿਚਾਰ ਕਰਨ ਦੀ ਘੜੀ ਹੈ ਤੇ ਉਮੀਦ ਕਰਦੇ ਹਾਂ ਕਿ ਸਾਡੀਆਂ ਗੱਲਾਂ ਠੀਕ ਤਰੀਕੇ ਲਈ ਜਾਣਗੀਆਂ। ਸਰ, ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਤੇ ਅੱਜ ਮੈਂ ਜ਼ਰੂਰ ਕਹਾਂਗੀ ਕਿ ਅੱਜ ਰੰਧਾਵਾ ਜੀ ਸਾਡੇ ਕੋਲ ਬਤੌਰੇ ਸਿਆਸਤਦਾਨ ਨੇ, ਬਤੌਰੇ ਸਿੱਖ ਆਏ ਨੇ, ਜਿਨ੍ਹਾਂ ਨੇ ਆਪਣੇ ਕੰਮਾਂ ਵਿੱਚ ਉਸ ਪਿਆਰ ਨੂੰ ਸਿਰਫ ਇੱਕ ਉਦਾਹਰਨ ਦੱਸਣ ਲਈ ਦਿੱਤਾ ਹੈ ਕਿ ਵੀ ਅਸੀਂ ਕਿਸ ਤਰ੍ਹਾਂ ਸਿੱਖੀ ਨਾਲ ਜੁੜੇ ਹੋਏ ਹਾਂ। ਸਿਆਸਤ ਵੱਖਰੀ ਹੁੰਦੀ ਹੈ ਤੇ ਅੱਜ ਜਿਹੜੇ ਬੈਠੇ ਹਾਂ ਅਸੀਂ ਸਿੱਖੀਆਂ ਨੂੰ ਚਿੰਤਿਤ ਹਾਂ। ਛੋਟੀ ਜਿਹੀ ਕੋਟੇਸ਼ਨ ਦੇ ਲਾਂ। ਮੈਂ ਛੋਟਾ ਸੀ ਤਾਂ ਮੈਂ ਆਪਣੇ ਗ੍ਰੈਂਡਫਾਦਰ ਨੂੰ ਕਹਿਣਾ, ਬਾਪੂ ਜੀ ਮੱਥਾ ਟੇਕੀਏ, ਅਤੇ ਉਹਨਾਂ ਨੇ ਕਹਿਣਾ ਜਾ ਤੂੰ ਪ੍ਰਸ਼ਾਦ ਲੈ ਆ। ਉਦੋਂ ਪ੍ਰਸ਼ਾਦ ਲਈ ਵੀ ਬੱਚਿਆਂ ਨੂੰ ਹੁੰਦਾ ਸੀ ਕਿ ਮੱਥਾ ਟੇਕਣਾ। ਅਤੇ ਅੱਜ ਅਸੀਂ ਇਹ ਕਹਿੰਦੇ ਹਾਂ ਕਿ ਗੁਰੂ ਸਾਹਿਬ ਦੀ ਕੋਈ ਬੇਅਦਬੀ ਨਾ ਕਰ ਜੇ ਅਤੇ ਜਿੰਦਰਾ ਮਾਰ ਦਿਓ। ਉਹਦੇ 24 ਘੰਟੇ ਖੁੱਲ੍ਹਣਾ ਚਾਹੀਦਾ। ਸ਼੍ਰੋਮਣੀ ਕਮੇਟੀ ਹਰ ਪਿੰਡ 'ਚ ਆਪ ਆਪਣਾ ਬੰਦਾ ਰੱਖੇ, ਜਿੰਨੀ ਇਨਕਮ ਹੈ, ਜਿੰਨੇ ਚੜ੍ਹ ਚੜਾਵਾ। ਅਤੇ ਉਸੇ ਚੀਜ਼ ਨੂੰ ਜਦੋਂ ਵੱਡੇ ਹੋਏ ਥੋੜ੍ਹੇ ਜਿਹੇ, 69 ਦੀ ਗੱਲ ਹੈ, ਉਦੋਂ 'ਚ ਉਹਨਾਂ ਦੀ ਡੈਥ ਹੋ ਗਈ। ਚਲੋ ਮੈਂ ਵੀ 8-9 ਸਾਲ ਦਾ ਹੋ ਗਿਆ, ਅਤੇ ਉਹਨਾਂ ਕਹਿਣਾ ਬਾਪੂ ਜੀ ਤੁਸੀਂ ਮੱਥਾ ਜਿਹੜਾ ਨਹੀਂ ਕਹਿੰਦੇ ਹੋ ਕਿ ਜਾ ਟੇਕ ਆ। ਕਹਿੰਦੇ ਮੱਥਾ ਨਹੀਂ ਟੇਕੀਦਾ, ਇਹ ਗੁਰੂ ਨਾਲ ਗੱਲਾਂ ਕਰੀਦੀਆਂ ਨੇ। ਅਤੇ ਕਹਿੰਦੇ ਜਦੋਂ ਗੁਰੂ ਨਾਲ ਗੱਲਾਂ ਕਰੋਗੇ, ਅਤੇ ਮੈਂ ਕਿਹਾ ਜੀ ਗੱਲਾਂ ਕਰਨ ਦਾ ਕੀ ਮਤਲਬ ਆ? ਕਹਿੰਦੇ ਨਹੀਂ, ਇਹਨੂੰ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੋ, ਅਤੇ ਬਾਬਾ ਆਪ ਹੀ ਸਵਾਲ ਕਰਦਾ ਅਤੇ ਆਪ ਹੀ ਉਸ ਸਵਾਲ ਦਾ ਬਾਬਾ ਜਵਾਬ ਦੇਦਾ। ਅਤੇ ਕਹਿੰਦੇ ਇਹਨੂੰ ਗੱਲਾਂ ਕਹਿੰਦੇ ਬਾਬੇ ਦੀਆਂ ਗੱਲਾਂ ਨੂੰ ਸੁਣੋ, ਅਤੇ ਕਹਿੰਦੇ ਆਪਣੇ ਆਪ ਹੀ ਜੀਵਨ ਸਫਲ ਹੋ ਜੂ। ਕਹਿੰਦੇ ਤੁਹਾਡੇ 'ਚ ਕੋਈ ਇਹੋ ਜਿਹੀ ਕਿਸੇ ਦੇ ਨਾਲ ਦੁਸ਼ਮਣੀ ਨਹੀਂ ਰਹਿਣੀ। ਅਤੇ ਅਸੀਂ ਤਾਂ ਇਹ ਚੀਜ਼ ਪਾਸੇ ਲੈ ਕੇ ਜਾਈਏ ਕਿ ਇਹ ਸਾਡਾ ਅਜੇ ਨਵਾਂ ਸੀਗਾ, ਅਤੇ ਸਾਨੂੰ ਤਾਂ ਜਦੋਂ ਉਹਨਾਂ ਨੇ ਗੁਰੂ ਸਾਹਿਬ ਨੇ ਵੀ ਕਹਿੰਦਾ ਗੁਰੂ ਮਾਨਿਓ ਗ੍ਰੰਥ, ਅਤੇ ਸਾਨੂੰ ਤਾਂ ਹੁਣ ਦੂਸਰੇ ਪਾਸੇ ਵੇਖਣ ਦੀ ਲੋੜ ਹੀ ਕੋਈ ਨਹੀਂ। ਅਸੀਂ ਐਵੇਂ ਮੱਥਾ ਹੀ ਰਗੜੀ ਜਾਂਦੇ ਹਾਂ। ਥੈਂਕ ਯੂ ਸੋ ਮਚ। ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ।